सफल हो तुम कथा सुधारी। सतनाम श्री वाहिगुरु साहिब जी तोहरा इस कृत को करते गुरु कहन सुनन विस्तार बीत गई अध जामनी चाह प्रलोक पधार। वाहिगुरु जी का खालसा वाहिगुरु जी की परम सन्मान जो गुरु की साजी नवाजी गुरु खालसा साध संगत जी जिनके भाग बड़े हैं भाई तिन साधु संग मुख जुरे। आप जी अत्यंत बड़भागे हो जो गुरु की हजूरी च हाजरियां भर के सोदा रहराज साहब जी के पाठ और आरती आरते दे कीर्तन भाई साहब भाई धर्मिंदर सिंह जी के जथे पासों सरवण कीते हैं। आओ हुण अपनियां मन बिरतियां धन धन श्री गुरु हरकृष्ण साहब जी बाला प्रीतम 8वें पातशाह के चरणों में जोड़िए। गुरु की पावन कथा सरवण करिए। पिछले प्रकरणों च आप जी ने सरवण किया है। सतगुरु जी ने संगत की बेनती सुन के ये वचन किया, बाबा बस है ग्राम बकाले बन गुर संगत सगल संभाले। बाबा बकाले कह के ज्योति जो समा गए। ये कथा आपां आम सारे पंथ विच सरवण करते आ रहे हैं। सो अज महाराज दे ज्योति जो समान का प्रसंग कविराज भाई संतोख सिंह जी बयान कर रहे ने। मन बिरतियां 8वें पातशाह के चरणों च जोड़िए ते प्यार नाल आखिए, सतनाम श्री वाहिगुरु साहिब सतनाम श्री वाहिगुरु साहिब जी। इस कृत को करते गुरु। इस प्रकार सतगुरु जी ने 5 पैसे नरे रख के धरती ते मत्था टेक दिता ते बाबे बकाले दा बचन संगत नूं इशारे मात्र दस दिता। कहन सुनन विस्तार और ਇਹਦੇ ਸਾਰੇ बचन बिलास संगत ਨੂੰ उपदेश भी दिता भाना मनन दा। बीत गई अध जामनी और इस तरह बचन बिलास करदियां अद्धी रात हो गई। चाह प्रलोक पधार ਤੇ ਗੁਰੂ ਸਾਹਿਬ ਹੁਣ ਪਰਲੋਕ ਜਾਣਾ ਚਾਹੁੰਦੇ ਹਨ। चौपई अंत समा लख जननी आई। ਜਦੋਂ ਅੰਤਮ ਸਮਾਂ ਆਇਆ ਤੇ ਮਹਾਰਾਜ ਦੀ ਮਾਤਾ ਕਿਸ਼ਨ ਕੌਰ ਜੀ ਕੋਲ ਆ ਗਏ। देखत पुत्र गात मुरझाई माता जी अपने पुत्र दा इस तरह शरीर छाले छाले होया और अखीरला समा वेख के मुरझा गई, दुखी हो गई। अश्रु बिलोचन ते बहु डर है। माता जी दे नेत्रां विचों हंझू वगण लग पे। लगातार माता जी बैराग करदे हन। संकट शोकर दा बहुतार है। मन विच बड़ा भारी संकट है, बड़ा भारी सोग है। सर्व प्रकार गुरु समरथ सतगुरु जी महाराज आप जी दा सर्व कला समरथ हो, जो चाहो सो कर सकते हो। सब सृष्टि सब कायनात आप जी दी रजा विच चलदी है। लगदी रगटे कह पद मथ ਵੱਡੇ ਛੋਟੇ ਗਰੀਬ ਅਮੀਰ ਸਭ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਹਨ। अंतर जामी सब मन केरे ਆਪ ਜੀ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ ਹੋ, ਅੰਤਰਜਾਮੀ ਹੋ। बढ़ते लग लग कर है बडेरे ਵੱਡਿਆਂ ਤੋਂ ਛੋਟੇ ਤੇ ਛੋਟਿਆਂ ਨੂੰ ਵੱਡੇ ਕਰ ਸਕਦੇ ਹੋ। ਭਿਖਾਰੀ ਦੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਭਿਖਾਰੀਆਂ ਤੋਂ ਰਾਜ ਕਰਾ ਦਿਓ, ਰਾਜਿਆਂ ਨੂੰ ਭੀਖ ਮੰਗਾ ਦਿਓ। ਮਹਾਰਾਜ ਆਪ ਜੀ ਦੀ ਖੇਡ ਨੂੰ ਕੋਈ ਨਹੀਂ ਜਾਣ ਸਕਦਾ। त्यागन तरबो करण शरीर ਇਸ ਸਰੀਰ ਨੂੰ ਧਾਰਨ ਕਰਕੇ ਰੱਖਣਾ ਹੋਵੇ ਜਾਂ ਇਸ ਸਰੀਰ ਨੂੰ ਤਿਆਗ ਦੇਣਾ ਹੋਵੇ, ਇਹ ਆਪ ਜੀ ਦੇ ਹੱਥ ਦੀ ਖੇਡ ਹੈ। ਆਪਣੀ ਮਰਜ਼ੀ ਨਾਲ ਇਸ ਸਰੀਰ ਵਿੱਚ ਰਹਿ ਸਕਦੇ ਹੋ, ਆਪਣੀ ਮਰਜ਼ੀ ਨਾਲ ਇਸ ਸਰੀਰ ਨੂੰ ਤਿਆਗ ਸਕਦੇ ਹੋ। जिनके है अधीन और तीर ਸਾਰਾ ਕੁਝ ਜਿਨ੍ਹਾਂ ਦੇ ਅਧੀਨ ਹੈ, ਸਭ ਕੁਝ ਤੁਹਾਡੇ ਹੱਥ ਵਿੱਚ ਹੈ। ਭੰਨਣ ਘੜਨ ਸਮਰੱਥ ਹੋ ਆਪ ਸਤਿਗੁਰੂ ਜੀ। महिमा सत की जानत सारी ਮਾਤਾ ਕਿਸ਼ਨ ਕੌਰ ਜੀ ਨੂੰ ਆਪਣੇ ਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸਭ ਮਹਿਮਾ ਦਾ ਪਤਾ ਹੈ। ज्ञाता देश काल की भारी ਮਾਤਾ ਨੂੰ ਵੀ ਦੇਸ਼ ਕਾਲ ਦਾ ਵੀ ਗਿਆਨ ਹੈ ਤੇ ਆਪਣੇ ਪੁੱਤਰ ਦੀ ਸਮਰੱਥਾ ਦਾ ਵੀ ਗਿਆਨ ਹੈ। भूत भविष्यत महकत होए ਭੂਤ ਬੀਤ ਚੁੱਕੇ ਸਮੇਂ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਕੀ ਕੁਝ
ਕੁਝ ਹੋਣਾ ਹੈ। ਸਗਰੀ ਜਾਣਤ ਹੈ ਮਨ ਸੋਏ। ਮਾਤਾ ਜੀ ਜਾਣਦੇ ਹਨ ਤੇ ਆਪਣੇ ਪੁੱਤਰ ਦੀ ਸਮਰੱਥਾ ਬਾਰੇ ਵੀ ਉਹਨਾਂ ਨੂੰ ਕੋਈ ਸ਼ੰਕਾ ਨਹੀਂ ਹੈ। ਨਿਤ ਸਰਬੱਗ ਸ਼ਕਤ ਮਹਿ ਭਾਰੀ। ਮਾਤਾ ਜੀ ਕਹਿੰਦੇ ਆ ਵੀ ਤੁਸੀਂ ਤਾਂ ਮਹਾਰਾਜ ਸਭ ਕੁਝ ਜਾਣੀ ਜਾਣੋ ਤੇ ਸ਼ਕਤੀਆਂ ਦੇ ਭੰਡਾਰੇ ਹੋ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਆਪ ਜੀ ਦੀ ਮਹਿਮਾ ਅਪਰੰਪਾਰ ਹੈ। ਜਿਨ ਕੀਰਤ ਜਗ ਬਹੁ ਬਿਸਤਾਰੀ। ਜਿਨ੍ਹਾਂ ਦੀ ਕੀਰਤੀ, ਜਿਨ੍ਹਾਂ ਦਾ ਜਸ, ਜਿਨ੍ਹਾਂ ਦੀ ਮਹਿਮਾ ਸਾਰੇ ਜਗਤ ਵਿੱਚ ਪਸਰੀ ਹੋਈ ਹੈ। ਨਿਕਟ ਬੈਠ ਮੁਖ ਕਮਲ ਬਿਲੋਕਾ। ਕੋਲ ਬਹਿ ਗਈ ਮਾਤਾ ਕਿਸ਼ਨ ਕੌਰ ਤੇ ਆਪਣੇ ਪਾਵਨ ਮੁਖਾਰਬਿੰਦ ਸਤਿਗੁਰੂ ਜੀ ਦੇ ਪਾਵਨ ਮੁਖਾਰਬਿੰਦ ਵੱਲ ਵੇਖਣ ਲੱਗੀ ਹੈ। ਸਦਾ ਪ੍ਰਫੁੱਲਿਤ ਕਬਹੁ ਨ ਸ਼ੋਕਾ। ਜਿਹੜਾ ਸਤਿਗੁਰਾਂ ਦਾ ਮੁਖਾਰਬਿੰਦ ਸਦਾ ਹੀ ਖਿੜਿਆ ਰਹਿੰਦਾ ਹੈ, ਸਦਾ ਹੀ ਪ੍ਰਕਾਸ਼ਮਾਨ ਹੈ, ਕਦੀ ਚਿਹਰੇ ਤੇ ਸ਼ੋਕ ਦੀ, ਦੁੱਖ ਦੀ ਨਿਸ਼ਾਨੀ ਪ੍ਰਗਟ ਨਹੀਂ ਹੋਈ। ਭਈ ਦੀਨ ਮੁਖ ਬੋਲੀ ਬਾਣੀ। ਐਸੇ ਸਤਿਗੁਰਾਂ ਦੇ ਮੁਖਾਰਬਿੰਦ ਵੱਲ ਵੇਖ ਕੇ ਅੰਤਮ ਸਮਾਂ ਜਦੋਂ ਗੁਰੂ ਸਾਹਿਬ ਜੀ ਦਾ ਵੇਖਿਆ ਵੀ ਹੁਣ ਕੁਝ ਮਿੰਟਾਂ ਸਕਿੰਟਾਂ ਦੀ ਗੱਲ ਬਾਕੀ ਹੈ, ਤਾਂ ਮਾਤਾ ਵਿਰਾਗ ਵਿੱਚ ਆ ਕੇ ਕਹਿਣ ਲੱਗੀ, ਸੁਨਹੁ ਪੁੱਤਰ ਤੁਮ ਗੁਣ ਗਨੀ ਖਾਨੀ। ਮਾਤਾ ਕਿਸ਼ਨ ਕੌਰ ਜੀ ਕਹਿੰਦੇ ਆ, ਹੇ ਪੁੱਤਰ ਜੀ ਤੁਸੀਂ ਤੇ ਗੁਣਾਂ ਦੀ ਖਾਨ ਹੋ, ਤੁਹਾਡੇ ਵਿੱਚ ਤਾਂ ਸਾਰੀਆਂ ਹੀ ਸ਼ਕਤੀਆਂ ਹਨ। ਕਹੋ ਕਹਾ ਮੈਂ ਬਾਤ ਬਨਾਈ। ਮੈਂ ਕੀ ਆਖਾਂ, ਮੈਨੂੰ ਕਹਿਣਾ ਵੀ ਨਹੀਂ ਬਣਦਾ, ਕਿਉਂਕਿ ਕਹੀਦਾ ਉਹਨੂੰ ਹੈ ਜਿਹੜਾ ਅਣਜਾਣ ਹੋਵੇ। ਜਿਹੜਾ ਜਾਣੀ ਜਾਣ ਹੈ, ਸਰਵ ਕਲਾ ਸਮਰੱਥ ਹੈ, ਉਹਨੂੰ ਕੀ ਆਖੀਏ। ਆਗੇ ਕਹੀ ਸੋ ਆਪ ਹਟਾਈ। ਆਪ ਜੀ ਮਹਾਰਾਜ ਮੈਂ ਬੇਨਤੀ ਪਹਿਲਾਂ ਵੀ ਕਰ ਚੁੱਕੀ ਹਾਂ ਤੇ ਤੁਸੀਂ ਮੋੜ ਦਿੱਤੀ, ਮੇਰੀ ਬੇਨਤੀ ਮੰਨੀ ਨਹੀਂ ਹੈ। ਕਰਤਾ ਆਦਿਕ ਦਾ ਬੇਕਾਰ। ਗੁਰਤਾ ਗੱਦੀ ਦੀ ਕਾਰ ਵੀ ਤੁਸੀਂ ਪੂਰੀ ਕਰ ਦਿੱਤੀ ਹੈ, ਗੁਰਿਆਈ ਵੀ ਸੌਂਪ ਦਿੱਤੀ ਹੈ ਅੱਗੇ। ਕਰੀ ਸਰਬ ਹੀ ਭਲੇ ਸੁਧਾਰ। ਆਪ ਜੀ ਨੇ ਸਭ ਕੁਝ ਰਸਮਾਂ ਰੀਤੀਆਂ ਜੋ ਗੁਰੂ ਘਰ ਦੀਆਂ ਹਨ ਉਹ ਨਿਭਾ ਦਿੱਤੀਆਂ ਹਨ। ਮੈਂ ਨਿਸ਼ ਪੁੱਤਰਾ ਹੋਆ ਕਿਮ ਜੀਵਾ। ਪਰ ਮੇਰੇ ਬਾਰੇ ਨਹੀਂ ਸੋਚਿਆ। ਗੁਰਤਾ ਗੱਦੀ ਦਾ ਤੁਹਾਨੂੰ ਫਿਕਰ ਸੀ, ਤੁਸੀਂ ਗੱਦੀ ਦੇਤੀ ਸੰਗਤ ਦੀ ਬੇਨਤੀ ਮੰਨ ਕੇ, ਪਰ ਮੈਂ ਕੱਲੀ ਇੱਕੋ ਮੇਰੇ ਤੁਸੀਂ ਪੁੱਤਰ, ਤੇ ਹੁਣ ਮੇਰਾ ਕੌਣ ਹੈ ਦੁਨੀਆ ਤੇ। ਤੁਮਹਿ ਬਿਲੋਕੇ ਆਨੰਦ ਥੀਵਾ। ਸਿਰਫ ਤੁਹਾਡਾ ਮੂੰਹ ਦੇਖ ਕੇ ਤਾਂ ਮੈਂ ਖੁਸ਼ ਹੁੰਦੀ ਸੀ, ਤੁਹਾਡਾ ਮੁਖਾਰਬਿੰਦ ਵੇਖ ਕੇ ਮੈਂ ਜੀਂਦੀ ਸੀ। ਪਤ ਪਾਛੇ ਕੁਛ ਸ਼ੋਕ ਨ ਕੀਨ। ਪਤੀ ਜੀ ਚਲੇ ਗਏ, ਗੁਰੂ ਹਰਾਏ ਸਾਹਿਬ ਤੁਹਾਡੇ ਪਿਤਾ ਜੀ, ਉਹਨਾਂ ਨੂੰ ਮੈਂ ਭੁੱਲੀ ਨਹੀਂ, ਪਰ ਫਿਰ ਵੀ ਆਪਣੇ ਮਨ ਤੇ ਹੌਸਲਾ ਕਰਕੇ ਪੱਥਰ ਧਰ ਕੇ ਉਹ ਭਾਣਾ ਮੰਨ ਲਿਆ। ਹਰਖੀ ਪਿਖ ਗੁਰਤਾ ਤੁਮ ਲੀਨ। ਇਸ ਗੱਲ ਨੂੰ ਸੋਚ ਕੇ ਵੀ ਚਲੋ ਮੇਰਾ ਪੁੱਤਰ ਗੁਰਤਾ ਗੱਦੀ ਤੇ ਬੈਠ ਗਿਆ ਹੈ, ਆਪੇ ਸੰਭਾਲ ਲਵੇਗਾ ਸਾਰਾ ਕੁਝ, ਤੇ ਮੈਂ ਭਾਣਾ ਮੰਨ ਲਿਆ। ਖੁਸ਼ੀ ਖੁਸ਼ੀ ਉਹ ਭਾਣਾ ਮੰਨਿਆ ਜਿਹੜਾ ਮੰਨਣਾ ਬੜਾ ਔਖਾ ਸੀ। ਸਤਿਗੁਰੂ 8ਵੇਂ ਪਾਤਸ਼ਾਹ ਦਾ ਵਿਛੋੜ, 7ਵੇਂ ਪਾਤਸ਼ਾਹ ਦਾ ਜੋ ਵਿਛੋੜਾ ਸੀ ਉਹ ਮੈਂ ਸਿਆ ਹੈ। ਆਪ ਕਰੋ ਪਰਲੋਕ ਪਿਆਨਾ। ਹੁਣ 8ਵੇਂ ਪਾਤਸ਼ਾਹ ਜੀ ਆਪ ਜੀ ਵੀ ਜੋਤੀ ਜੋਤ ਸਮਾਨ ਲੱਗੇ ਹੋ, ਆਪ ਜੀ ਵੀ ਮੈਨੂੰ ਕੱਲੀ ਨੂੰ ਮਾਂ ਨੂੰ ਛੱਡ ਕੇ ਚੱਲੇ ਹੋ। ਮੇਰਾ ਤਾਂ ਹੁਣ ਇਸ ਦੁਨੀਆ ਦੇ ਕੋਈ ਵੀ ਨਹੀਂ ਰਿਹਾ, ਪਤੀ ਵੀ ਚਲੇ ਗਏ, ਪੁੱਤਰ ਵੀ ਚਲਾ ਗਿਆ, ਤੇ ਮੈਂ ਹੁਣ ਇਸ ਤਰ੍ਹਾਂ ਇਸ ਦੁਨੀਆ ਤੇ ਕਿਵੇਂ ਜੀਵਾਂਗੀ। ਮੈਂ ਝੂਰਤ ਕਰ ਸ਼ੋਕ ਮਹਾਨਾ। ਮੈਂ ਬਹੁਤ ਜ਼ਿਆਦਾ ਝੂਰਦੀ ਦੁਖੀ ਰਵਾਂਗੀ, ਤੁਹਾਡੇ ਤੋਂ ਬਾਅਦ ਮੇਰੇ ਕੋਲੋਂ ਜ਼ਿੰਦਗੀ ਗੁਜ਼ਾਰਨੀ ਔਖੀ ਹੋ ਜਾਏਗੀ। ਵੱਡੇ ਭਾਗ ਸਤਿਗੁਰ ਘਰ ਆਈ। ਇਹ ਮੇਰੇ ਕੋਈ ਵੱਡੇ ਭਾਗ ਸਨ, ਕੋਈ ਮੇਰੀ ਭਗਤੀ ਸੀ ਕਿ ਮੈਂ ਗੁਰੂ ਮਹਾਰਾਜ ਦੇ ਘਰ ਆਈ, ਗੁਰੂ ਦੀ ਪਤਨੀ ਬਣੀ। ਇਹ ਰਾਜਾ ਬੁਲੰਦ ਸ਼ਹਿਰ ਦਾ ਯੂਪੀ ਦਾ ਸੀਗਾ, ਜਿਸ ਨੇ ਆਪਣੀਆਂ 7 ਹੀ ਪੁੱਤਰੀਆਂ ਗੁਰੂ ਹਰਾਏ ਸਾਹਿਬ ਜੀ ਨੂੰ ਵਿਆਹ ਦਿੱਤੀਆਂ ਸਨ। ਸੋ ਉਹਨਾਂ ਵਿੱਚੋਂ ਮਾਤਾ ਕਿਸ਼ਨ ਕੌਰ ਜੀ ਵੱਡੇ ਸਨ। ਤੋ ਮੈਂ ਵੱਡੇ ਭਾਗਾਂ ਕਰਕੇ ਗੁਰੂ ਸਾਹਿਬ ਜੀ ਇਸ ਘਰ ਦੇ ਵਿੱਚ ਆਈ ਸੀ। ਤੁਮ ਜਨ ਮੈਂ ਅਤ ਭਈ ਬਧਾਈ। ਤੇ ਤੁਹਾਡੇ ਅਵਤਾਰ ਧਾਰਨ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਵੀ ਮੇਰੇ ਘਰ ਪੁੱਤਰ ਜੰਮਿਆ ਹੈ। ਅਬ ਡੂਬੋ ਦੁਖ ਸਿੰਧ ਮਝਾਰੇ। ਹੁਣ ਮੈਂ ਦੁੱਖਾਂ ਦੇ ਸਮੁੰਦਰ 'ਚ ਡੁੱਬ ਜਾਵਾਂਗੀ, ਹੁਣ ਮੇਰਾ ਕੋਈ ਸਹਾਰਾ ਇਸ ਦੁਨੀਆ ਤੇ ਨਹੀਂ ਰਿਹਾ। ਕੋ ਕੇਵਟ ਹੋਏ ਪਾਰ ਉਤਾਰੇ। ਕੌਣ ਖੇਵਟ ਮਲਾਹ ਬਣ ਕੇ ਮੈਨੂੰ ਇਸ ਡੁੱਬਦੇ ਸੜਦੇ ਬਲਦੇ ਸੰਸਾਰ ਵਿੱਚੋਂ ਪਾਰ ਲੰਘਾਏਗਾ। ਮੇਰੇ ਮਨ ਨੂੰ ਕੌਣ ਸਹਾਰਾ ਦੇਵੇਗਾ, ਮੇਰਾ ਕੌਣ ਆਸਰਾ ਬਣੇਗਾ। हे ਸਤਿਗੁਰੂ ਜੀ,
ਮੇਰੇ ਬਾਰੇ ਕੁਝ ਸੋਚ ਲੈਂਦੇ। तुम बिन देखे ज्यों न कैसे। ਤੁਹਾਡੇ ਦੇਖੇ ਤੋਂ ਬਿਨਾ ਮੈਂ ਕਿਵੇਂ ਜੀਵਾਂਗੀ। ਇੱਕ ਘੜੀ ਵੀ ਮੇਰਾ ਤੁਹਾਡੇ ਤੋਂ ਬਿਨਾ ਇਸ ਸੰਸਾਰ 'ਚ ਮਨ ਨਹੀਂ ਲੱਗੇਗਾ। जलते बिछुरी मछली जैसे। ਜਿਵੇਂ ਪਾਣੀ ਤੋਂ ਮੱਛੀ ਬਾਹਰ ਕੱਢ ਦਈਏ ਤੇ ਜਿਉਂ ਮਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੇ। ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫ ਤੜਫ ਕੇ ਮਰ ਜਾਂਦੀ ਹੈ। हे ਸਤਿਗੁਰੂ ਜੀ, ਤੁਹਾਡੇ ਜਾਣ ਤੋਂ ਬਾਅਦ ਤੁਹਾਡੀ ਮਾਂ ਇਸ ਤਰ੍ਹਾਂ ਤੜਫ ਤੜਫ ਕੇ ਮਰੇਗੀ। इत्यादिक माता बच कहे। ਇਸ ਤਰ੍ਹਾਂ ਰੋਂਦੀ ਰੋਂਦੀ ਮਾਂ ਕਿਸ਼ਨ ਕੌਰ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਆਪਣੇ ਦਿਲ ਦਾ ਦਰਦ ਦੱਸਿਆ ਹੈ। जिसके सुनत दास दुख लहे। ਜਦੋਂ ਮਾਤਾ ਬੈਰਾਗ ਕਰ ਰਹੀ ਸੀ, ਆਪਣੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦੱਸ ਰਹੀ ਸੀ ਦਿਲ ਦੇ ਦੁੱਖੜੇ, ਉਸ ਵੇਲੇ ਜਿੰਨੇ ਵੀ ਸੇਵਾਦਾਰ ਗੁਰੂ ਕੇ ਸਿੱਖ ਕੋਲ ਖੜੇ ਸਨ, ਉਹਨਾਂ ਦੇ ਦਿਲ ਵੀ ਪਿੰਗਲ ਗਏ ਤੇ ਉਹਨਾਂ ਨੂੰ ਉਹ ਦੁੱਖ, ਉਹ ਦਰਦ, ਉਹ ਪੀੜਾ ਉਹ ਜਰੀ ਨਹੀਂ ਗਈ ਤੇ ਉਹ ਵੀ ਰੋਣ ਲੱਗ ਪਏ। श्री हर कृष्ण बिलोक दुखारी। ਆਪਣੀ ਮਾਤਾ ਨੂੰ ਦੁਖੀ ਵੇਖ ਕੇ बहु प्रकार कर तीर उचारी। ਸਤਿਗੁਰੂ 8ਵੇਂ ਪਾਤਸ਼ਾਹ ਜੀ ਨੇ ਹੌਸਲਾ ਦਿੱਤਾ। ਧੀਰਜ ਦਿੰਦੇ ਹੋਏ ਮਹਾਰਾਜ ਇਸ ਤਰ੍ਹਾਂ ਬੋਲੇ ਹਨ। तन जान हो सब बिन सनहारे। हे ਮਾਤਾ, ਤੂੰ ਤਾਂ ਗੁਰਬਾਣੀ ਪੜ੍ਹਦੀ ਹੈ, ਗੁਰਬਾਣੀ ਵਿੱਚ ਵੀ ਦੱਸਿਆ ਹੈ ਤੇ ਸੰਸਾਰ ਦਾ ਵਿਹਾਰ ਵੀ ਦੇਖਿਆ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਇਹ ਦੁਨੀਆ ਤੇ ਜੋ ਵੀ ਆਇਆ ਹੈ ਨਾ, ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਕੋਈ ਵੀ ਸਰੀਰ ਦੁਨੀਆ ਤੇ ਦਿਸਦਾ ਹੈ, ਉਸ ਨੇ ਬਿਨਸਣਾ ਹੀ ਬਿਨਸਣਾ ਹੈ। ਜੋ ਜਨਮੈ ਸੋ ਜਾਨੋ ਮੂਆ। ਜਿਹੜਾ ਮਾਂ ਦੇ ਪੇਟ ਤੋਂ ਜਨਮ ਲੈਂਦਾ ਹੈ, ਜਿਹੜਾ ਬ੍ਰਹਮੇ ਦੀ ਸ੍ਰਿਸ਼ਟੀ ਵਿੱਚ ਪੈਦਾ ਹੁੰਦਾ ਹੈ, ਉਹਦੀ ਮ੍ਰਿਤੂ ਅਵਸ਼ ਹੁੰਦੀ ਹੈ। ਇਹ ਵਿਧਾਤਾ ਦਾ ਨਿਯਮ ਬਣਿਆ ਹੋਇਆ ਹੈ। इस ते क्यों अतिशय दुख धारे। ਜਿਹੜੀ ਚੀਜ਼ ਨੇ ਬਿਨਸ ਜਾਣਾ ਹੈ, ਜਿਹਨੇ ਅੱਜ ਨਹੀਂ ਕੱਲ ਬਿਨਸਣਾ ਹੈ, ਉਹਨੂੰ ਅੱਜ ਹੀ ਬਿਨਸਣ ਵਾਲਾ ਸਮਝ ਕੇ ਉਹਦਾ ਮੋਹ ਛੱਡ ਦੇਣਾ ਚਾਹੀਦਾ। ਮਹਾਰਾਜ ਕਹਿੰਦੇ ਇਹਦੇ ਬਿਨਸਣ ਦਾ ਦੁੱਖ ਕਾਹਦਾ ਕਰੀਏ। ਜਿਸ ਨੇ ਬਿਨਸਣਾ ਹੈ ਉਸ ਨੂੰ ਆਪਾਂ ਰੱਖ ਨਹੀਂ ਸਕਦੇ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇੱਥੇ ਦੇ ਦੇਵਤੇ ਵੀ ਚਲੇ ਗਏ, ਰਿਸ਼ੀ ਮੁਨੀ ਵੀ ਚਲੇ ਗਏ, ਅਵਤਾਰ ਵੀ ਚਲੇ ਗਏ, ਸੂਰਬੀਰ ਚਲੇ ਗਏ, ਰਾਜੇ ਮਹਾਰਾਜੇ ਚਲੇ ਗਏ। ਇੱਥੇ ਚੰਗੇ ਚਲੇ ਗਏ, ਇੱਥੇ ਮਾੜੇ ਵੀ ਚਲੇ ਗਏ। ਹਾਂਜੀ, रही कितक बाकी ब्या तेरी। हे ਮਾਤਾ, ਤੂੰ ਸ਼ੋਕ ਨਾ ਕਰ, ਤੇਰੀ ਉਮਰ ਥੋੜੀ ਰਹਿ ਗਈ ਹੈ। ਸਾਡੇ ਤੋਂ ਬਾਅਦ ਥੋੜਾ ਸਮਾਂ ਹੀ ਤੂੰ ਇਸ ਦੁਨੀਆ ਵਿੱਚ ਰਵੇਂਗੀ ਤੇ ਫਿਰ ਤੇਰੀ ਆਤਮਾ ਗੁਰੂ ਚਰਨਾਂ ਵਿੱਚ ਲੀਨ ਹੋ ਜਾਏਗੀ। ਪਿਤਾ ਮਹਾਰਾਜ ਗੁਰੂ ਹਰਿਰਾਏ ਸਾਹਿਬ ਦੇ ਕੋਲ ਤੂੰ ਚਲੀ ਜਾਏਗੀ। तन तज पहुँच है सुख बहेरी। ਇੱਥੇ ਤਾਂ ਜੋ ਸੰਸਾਰ ਹੈ ਇਹ ਤਾਂ ਦੁੱਖ ਰੂਪ ਹੀ ਹੈ, ਪਰ ਜਿੱਥੇ ਤੂੰ ਜਾਏਗੀ ਉੱਥੇ ਬੜਾ ਹੀ ਸੁੱਖ ਹੋਵੇਗਾ। ਉਹ ਤਾਂ ਆਨੰਦ ਹੋਵੇਗਾ। ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮਹਿ ਵਾਸੈ ਭਗਤ ਪਿਆਰੇ। ਜਿਹੜੇ ਬੜੇ ਉੱਚੇ ਮੁਨਾਰੇ ਹਨ ਸੱਚਖੰਡ ਦੇ, ਸੁਖ ਮਹਿਲ ਹਨ, ਬੇਗਮਪੁਰਾ ਸ਼ਹਿਰ ਹੈ, ਉੱਥੇ ਤੂੰ ਜਾ ਕੇ ਵਸੇਂਗੀ। जन्म मरण दुख लेश न चाहा। ਜਿੱਥੇ ਜਨਮ ਦਾ ਤੇ ਮਰਨ ਦਾ ਲੇਸ਼ ਮਾਤਰ ਵੀ ਦੁੱਖ ਤੈਨੂੰ ਨਹੀਂ ਵਿਆਪੇਗਾ। हे ਮਾਤਾ, ਉਸ ਆਨੰਦਮਈ ਨਗਰ ਦੇ ਵਿੱਚ, ਉਸ ਸੱਚਖੰਡ ਵਿੱਚ ਤੇਰਾ ਵਾਸਾ ਹੋਵੇਗਾ। मम पित निकट पहुँच है ताहा। ਮੇਰੇ ਪਿਤਾ ਸਤਿਗੁਰੂ ਹਰਿਰਾਏ ਸਾਹਿਬ ਜੀ ਦੀ ਦਾਸੀ ਹੈ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕੀਤੀ ਹੈ ਤੇ ਉਹਨਾਂ ਦੇ ਚਰਨਾਂ ਵਿੱਚ ਹੀ ਤੇਰੀ ਆਤਮਾ ਦਾ ਵਾਸਾ ਹੋਵੇਗਾ। इम कह माया मोह मिटायो। ਇਹ ਬਚਨ ਕਹਿ ਕੇ ਆਪਣੀ ਮਾਂ ਮਾਤਾ ਕਿਸ਼ਨ ਕੌਰ ਵੱਲ ਸਤਿਗੁਰੂ ਜੀ ਨੇ ਵੇਖਿਆ। ਜਦੋਂ ਗੁਰੂ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਨਾ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਮਾਤਾ ਦੇ ਮਨ ਚੋਂ ਮਾਇਆ ਦਾ ਮੋਹ ਮਿਟਾ ਦਿੱਤਾ। ਆਪਾਂ ਕਿਉਂ ਦੁਖੀ ਸੁਖੀ ਹੁੰਨੇ ਆ ਸਾਧ ਸੰਗਤ ਜੀ? ਮਾਇਆ ਦਾ ਦੁੱਖ ਹੈ, ਮਾਇਆ ਦਾ ਹੀ ਸੁੱਖ ਹੈ। ਮਾਇਆ ਹੀ ਸੁੱਖ ਦਿੰਦੀ ਹੈ, ਮਾਇਆ ਹੀ ਦੁੱਖ ਦਿੰਦੀ ਹੈ। ਜੇ ਮਾਇਆ ਉਤਰ ਜਾਵੇ, ਨਾ ਸੁੱਖ ਹੈ ਨਾ ਦੁੱਖ ਹੈ, ਫਿਰ ਆਨੰਦ ਹੈ, ਫਿਰ ਖੁਸ਼ੀਆਂ ਹੀ ਖੁਸ਼ੀਆਂ। ਨਾਨਕ ਭਗਤਾਂ ਸਦਾ ਵਿਗਾਸ।
ਉਹ ਅਵਸਥਾ ਜਿਹੜੀ ਹੈ ਪ੍ਰਾਪਤ ਕਰਨੀ ਬਹੁਤ ਕਠਿਨ ਹੈ। ਉਹ ਗੁਰੂ ਕਿਰਪਾ ਨਾਲ ਆਉਂਦੀ। ਗੁਰ ਕਿਰਪਾ ਜੇ ਨਰਕਉ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਧੰਨ ਮਾਤਾ ਕ੍ਰਿਸ਼ਨ ਕੌਰ ਜੀ ਨੂੰ ਸਤਿਗੁਰੂ 8ਵੇਂ ਪਾਤਸ਼ਾਹ ਜੀ ਨੇ ਉਸ ਅਵਸਥਾ 'ਚ ਪਹੁੰਚਾ ਵੀ ਦਿੱਤਾ ਕਿਰਪਾ ਦ੍ਰਿਸ਼ਟੀ ਦੇ ਨਾਲ। ਜਨਨੀ ਮਨ ਮਹਿ ਗਿਆਨ ਉਪਾਇਆ ਮਾਤਾ ਦੇ ਮਨ 'ਚ ਗਿਆਨ ਪੈਦਾ ਹੋ ਗਿਆ। ਗਿਆਨ ਕੀ ਹੈ ਕਿ ਆਤਮਾ ਸਤ ਹੈ, ਬਾਕੀ ਸਭ ਕੁਝ ਮਿਥਿਆ ਹੈ। ਮਿਥਿਆ ਤਨ ਧਨ ਕੁਟੰਬ ਸਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਇਹ ਜਿਤਨਾ ਕੁਝ ਵੀ ਹੈ ਨਾ, ਸਾਰਾ ਐਵੇਂ ਕਲਪਨਾ ਮਾਤਰ, ਪ੍ਰਤੀਤ ਮਾਤਰ, ਆਭਾਸ ਮਾਤਰ ਹੀ ਹੈ। ਵਾਸਤਵ ਵਿੱਚ ਕੁਝ ਨਹੀਂ। ਜਿਉਂ ਸੁਪਨਾ ਅਰ ਪੇਖਣਾ ਐਸੇ ਜਾਕੋ ਜਾਨ। ਇਦਾਂ ਹੀ ਸਮਝ ਲਓ ਵੀ ਜਿਵੇਂ ਰਾਤ ਨੂੰ ਸੁਪਨਾ ਦੇਖਦੇ ਹੁੰਦੇ ਆ, ਹੁਣ ਵੀ ਆਪਾਂ ਸੁਪਨਾ ਹੀ ਦੇਖ ਰਹੇ ਹਾਂ। ਸੁਪਨੇ ਵਿੱਚ ਅਜੀਬੋ ਗਰੀਬ ਸੀਨ ਆਉਂਦੇ ਨੇ, ਤੇ ਆ ਵੀ ਜੋ ਕੁਝ ਦੇਖ ਰਹੇ ਆ ਇਹ ਅਜੀਬੋ ਗਰੀਬ ਹੀ ਹੈ। ਇਸ ਤਰ੍ਹਾਂ ਦਾ ਗਿਆਨ ਅਨੁਭਵ ਮਾਤਾ ਜੀ ਨੂੰ ਗੁਰੂ ਸਾਹਿਬ ਜੀ ਨੇ ਕਰਾ ਦਿੱਤਾ ਹੈ। ਭਈ ਮਗਨ ਕੁਛ ਆਏ ਨ ਬਾਣੀ, ਤੇ ਮਾਤਾ ਜੀ ਮਗਨ ਹੋ ਗਏ ਤੇ ਮੂੰਹ ਤੋਂ ਹੁਣ ਕੋਈ ਬਚਨ ਨਹੀਂ ਆਉਂਦਾ। ਲੱਖ ਸਤ ਮਹਿਮਾ ਮਹਾ ਮਹਾਨੀ, ਆਪਣੇ ਪੁੱਤਰ ਦੀ ਵੱਡੀ ਮਹਾਨ ਮਹਿਮਾ ਦਾ ਵੀ ਪਤਾ ਲੱਗ ਗਿਆ। ਕਿਉਂਕਿ ਜਦੋਂ ਸਿੱਖ ਨੂੰ ਅਨੁਭਵ ਹੁੰਦਾ ਨਾ, ਉਦੋਂ ਹੀ ਗੁਰੂ ਦੀ ਮਹਿਮਾ ਦਾ ਪਤਾ ਲੱਗਦਾ। ਉਸ ਤੋਂ ਪਹਿਲਾਂ ਪਤਾ ਨਹੀਂ ਚੱਲਦਾ ਵੀ ਗੁਰੂ ਕੀ ਚੀਜ਼ ਹੈ। ਅਸੀਂ ਗੁਰੂ ਨੂੰ ਆਪਣੇ ਵਰਗਾ ਹੀ ਸਮਝਦੇ ਹਾਂ, ਪਰ ਜਦੋਂ ਗੁਰੂ ਕਿਰਪਾ ਕਰਦਾ ਹੈ, ਗੁਰ ਕਿਰਪਾ ਦੇ ਨਾਲ ਅਨੁਭਵ ਖੁੱਲਦਾ ਹੈ, ਤਾਂ ਫਿਰ ਪਤਾ ਲੱਗਦਾ ਵੀ ਆਮ ਮਨੁੱਖ ਵਿੱਚ ਤੇ ਗੁਰੂ ਵਿੱਚ ਬਹੁਤ ਵੱਡਾ ਫਰਕ ਹੈ। ਗੁਰੂ ਅਭੁੱਲ ਹੈ, ਅਸੀਂ ਭੁੱਲਣਹਾਰ ਹਾਂ। ਗੁਰੂ ਸਮਰੱਥ ਹੈ, ਅਸੀਂ ਅਸਮਰੱਥ ਹਾਂ। ਗੁਰੂ ਸਦਾ ਸਦਾ ਹੈ, ਅਸੀਂ ਥੋੜ੍ਹ ਚਿਰੇ ਹਾਂ। ਇਸ ਗੱਲ ਦਾ ਪਤਾ ਉਦੋਂ ਲੱਗਦਾ। ਤਾਂ ਸਤਿਗੁਰੂ ਜੀ ਨੇ ਆਪਣੀ ਮਾਤਾ ਤੇ ਕਿਰਪਾ ਦ੍ਰਿਸ਼ਟੀ ਕਰਕੇ ਸਦਾ ਸਦਾ ਰਹਿਣ ਵਾਲੇ ਆਤਮ ਸਰੂਪ ਦਾ ਗਿਆਨ ਕਰਾ ਦਿੱਤਾ। ਅਰਧ ਰਾਤ ਉਪਰ ਇੱਕ ਘੜੀ, ਅੱਧੀ ਰਾਤ ਤੋਂ ਇੱਕ ਘੜੀ ਹੋਰ ਉੱਤੇ ਬੀਤ ਗਈ। ਯਾਨੀ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਣ ਦਾ ਸਮਾਂ ਬਿਲਕੁਲ ਨੇੜੇ ਆ ਗਿਆ। ਚੜਨ ਹੇਤ ਕਰ ਤਿਆਰੀ ਕਰੀ, ਸੱਚਖੰਡ ਜਾਣ ਲਈ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਤਿਆਰੀਆਂ ਕਰ ਲਈਆਂ। ਕਿਤਕ ਦਾਸ ਟਿਗ ਮਾਤ ਨਿਹਾਰ ਹੈ, ਮਾਤਾ ਜੀ ਕੋਲ ਬੈਠੇ ਨੇ ਤੇ ਕੁਝ ਸੇਵਾਦਾਰ ਭਾਈ ਗੁਰਬਖਸ਼ ਜੀ ਵਰਗੇ ਦੇਖ ਰਹੇ ਨੇ ਮਹਾਰਾਜ ਦੇ ਚਿਹਰੇ ਵੱਲ। ਦੂਸ਼ਣ ਹੋਏ ਸਥਿਰਤਾ ਧਾਰ ਹੈ, ਸਾਰੇ ਚੁੱਪ ਚਾਪ ਛਾਈ ਹੋਈ ਹੈ। ਕੋਈ ਬੋਲ ਨਹੀਂ ਸਕਦਾ, ਬੋਲਣ ਨੂੰ ਜੀ ਨਹੀਂ ਕਰਦਾ, ਸਮਝ ਨਹੀਂ ਆਉਂਦੀ ਕੀ ਬੋਲੀਏ। ਭਾਣਾ ਗੁਰੂ ਦਾ ਮੰਨ ਰਹੇ ਨੇ। ਵਾਹਿਗੁਰੂ 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 ਜਪ ਰਹੇ ਨੇ। ਬੋਲਤ ਕੋਮਲ ਬਾਕ ਸੁਹਾਏ, ਤੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਰਸਨਾ ਤੋਂ ਬੋਲ ਬੜੇ ਕੋਮਲ ਮਿੱਠੇ ਤੇ ਪਿਆਰੇ ਬੋਲ ਬੋਲਦੇ ਹਨ। ਸ਼੍ਰੀ ਮੁਖ ਪਰ ਕਰ ਸੋ ਪਟ ਪਾਏ, ਉਸ ਸੋਹਣੇ ਮੁਖਾਰ ਬਿੰਦ ਦੇ ਉੱਤੇ ਜਿਹੜਾ ਗੁਰੂ ਦਾ ਪਾਵਨ ਮੁਖਾਰ ਬਿੰਦ ਹੈ, 8ਵੇਂ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਆਪਣੇ ਚਿਹਰੇ ਤੇ ਕੱਪੜਾ ਕਰ ਲਿਆ। ਚਾਦਰਾ ਜਿਹੜਾ ਪਹਿਲਾਂ ਇੱਥੋਂ ਤੱਕ ਛਾਤੀ ਤੱਕ ਰੱਖਿਆ ਹੋਇਆ ਸੀ, ਤੇ ਹੁਣ ਜੋਤੀ ਜੋਤ ਸਮਾਣ ਤੋਂ ਪਹਿਲਾਂ ਉਹ ਕੱਪੜਾ ਆਪਣੇ ਮੁਖ ਦੇ ਉੱਤੇ ਓੜ ਲਿਆ, ਆਪਣਾ ਚਿਹਰਾ ਢੱਕ ਲਿਆ। ਲਿਓ ਅਛਾਦ ਛਿਨਕ ਮਹਿ ਪਿਆਨੇ, ਤੇ ਜਦੋਂ ਆਪਣਾ ਚਿਹਰਾ ਢੱਕ ਕੇ ਲੰਮੇ ਪਏ, ਅੱਖ ਨਹੀਂ ਫਰਕਣ ਦਿੱਤੀ, ਇੱਕ ਛਿਨ ਦੇ ਵਿੱਚ ਹੀ ਸੱਚਖੰਡ ਨੂੰ ਪਿਆਨਾ ਵੀ ਕਰ ਗਏ। ਸ਼੍ਰੀ ਹਰਿ ਕ੍ਰਿਸ਼ਨ ਸੋ ਕ੍ਰਿਸ਼ਨ ਸਮਾਨੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋ ਕ੍ਰਿਸ਼ਨ ਭਗਵਾਨ ਦੀ ਤਰ੍ਹਾਂ ਹੀ ਇਸ ਦੁਨੀਆ ਨੂੰ ਤਾਰਨ ਆਏ ਸਨ। ਬਹੁਤ ਵੱਡੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਗੂੰਗਿਆਂ ਕੋਲੋਂ ਗੀਤਾ ਦੇ ਅਰਥ ਕਰਵਾ ਦਿੱਤੇ ਸਨ। ਐਸੇ ਦੀਨ ਦਿਆਲ ਸਤਿਗੁਰੂ ਜੋ ਮਹਾਰਾਜ ਨੇ ਦੱਸ ਦਿੱਤਾ ਸੀ ਦੁਨੀਆ ਨੂੰ ਬਈ ਇਹ ਜਿਹੜੀ ਗੁਰੂ ਜੋਤ ਹੈ ਨਾ, ਇਹ ਗੁਰੂ ਜੋਤ ਉਮਰਾਂ ਦੀ ਮੁਤਾਜ ਨਹੀਂ, ਇਹ ਸਰੀਰਾਂ ਦੀ ਮੁਤਾਜ ਨਹੀਂ, ਇਹ ਗੁਰੂ ਦੇਹ ਤੋਂ ਪਰੇ ਹੈ। ਅਸੀਂ ਦੇਹ ਦੀ ਦ੍ਰਿਸ਼ਟੀ ਨਾਲ ਦੇਖਦੇ ਹਾਂ ਤੇ ਗੁਰੂ ਬ੍ਰਹਮ ਦ੍ਰਿਸ਼ਟੀ ਨਾਲ ਨਜ਼ਰ ਆਉਂਦਾ ਹੈ। ਸੋ ਗੁਰੂ ਦੀ ਸਮਰੱਥਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਰੂਪ ਵਿੱਚ ਪ੍ਰਗਟ ਹੋਈ ਹੈ। ਬਾਕੀ ਸਤਿਗੁਰੂ 9 ਪਾਤਸ਼ਾਹੀਆਂ ਵੱਡੀ ਉਮਰ ਦੇ ਵਿੱਚ ਸੰਸਾਰ ਨੂੰ ਦਰਸ਼ਨ ਦਿੱਤੇ, ਪਰ 8ਵੇਂ ਜਾਮੇ ਵਿੱਚ ਤਾਂ ਬਹੁਤ ਛੋਟੀ ਪੌਣੇ 8 ਸਾਲ ਦੀ ਉਮਰ ਹਜ ਹੋ ਗਈ ਹੈ।
ਤੇ ਜੋਤੀ ਜੋਤ ਸਮਾ ਗਏ ਹਨ। ਬ੍ਰਹਮਾਦਿਕ ਨਾਰਦ ਮੁਨ ਸਾਥ ਹਜੂਰ ਸੱਚਖੰਡ ਨੂੰ ਜਾ ਰਹੇ ਨੇ। ਉਸ ਵੇਲੇ ਉਹਨਾਂ ਨੂੰ ਲੈਣ ਵਾਸਤੇ 33 ਕਰੋੜ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨਾਰਦ ਮੁਨੀ ਆਦਿਕ ਸਾਰੇ ਹੀ ਆਏ ਹਨ। ਸਕਲ ਦੇਵਯਤ ਦੇਵਨਨਾਥ ਸਾਰੇ ਦੇਵਤੇ ਆਪਣੀਆਂ ਦੇਵੀ ਸ਼ਕਤੀਆਂ ਸਮੇਤ ਆਏ ਹਨ। ਜਿਨ੍ਹਾਂ ਜਿਨ੍ਹਾਂ ਦੀ ਜਿਹੜੀ ਜਿਹੜੀ ਪਾਵਰ ਹੈ ਉਹ ਆਪਣੀ ਪਾਵਰ ਸਹਿਤ ਆਏ ਹਨ, ਕਿਉਂਕਿ 33 ਕਰੋੜ ਹਨ ਇਹ ਦੇਵੀ ਦੇਵਤਾ। ਸਾਧ ਸੰਗਤ ਜੀ, ਬਾਣੀ ਵਿੱਚ ਮਹਾਰਾਜ ਨੇ ਬਹੁਤ ਵਾਰੀ ਜ਼ਿਕਰ ਕੀਤਾ ਹੈ। ਰੋਜ਼ ਪੜ੍ਹਦਿਆਂ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਇਹ 33 ਕਰੋੜ ਦੇਵਤੇ ਗੁਰੂ ਦਾ ਹੀ ਜਸ ਗਾਉਂਦੇ ਹਨ, ਕਿਉਂਕਿ ਗੁਰ ਜੈਸਾ ਨਾਹੀ ਕੋ ਦੇਵ। ਗੁਰੂ ਵਰਗਾ ਕੋਈ ਨਹੀਂ ਹੈ, ਗੁਰੂ ਸਭ ਤੋਂ ਵੱਡਾ ਹੈ। ਗੁਰ ਸਮਰੱਥ ਦੇਵ, ਗੁਰੂ ਸਮਰੱਥ ਦੇਵ ਹੈ। ਬਾਕੀ ਦੇਵੀ ਦੇਵਤਿਆਂ ਦੀ ਸਮਰੱਥਾ ਜਿੰਨੀ ਗੁਰੂ ਨੇ ਦਿੱਤੀ ਉਨੀ ਕੀ ਹੈ। ਬ੍ਰਹਮੇ ਕੋਲ ਸੰਸਾਰ ਨੂੰ ਪੈਦਾ ਕਰਨ ਦੀ ਸ਼ਕਤੀ ਹੈ, ਵਿਸ਼ਨੂੰ ਕੋਲ ਸਿਰਫ ਪਾਲਣ ਦੀ ਸ਼ਕਤੀ ਹੈ, ਤੇ ਸ਼ਿਵ ਜੀ ਕੋਲ ਸੰਘਾਰ ਕਰਨ ਦੀ ਸ਼ਕਤੀ ਹੈ। ਇਸੇ ਤਰ੍ਹਾਂ ਬਾਕੀ ਜਿੰਨੇ ਦੇਵਤੇ ਹਨ ਉਹਨਾਂ ਦੀਆਂ ਆਪੋ ਆਪਣੀਆਂ ਸੀਮਤ ਸ਼ਕਤੀਆਂ ਹਨ। ਗੁਰੂ ਦੀ ਸ਼ਕਤੀ ਜਿਹੜੀ ਆ ਅਸੀਮ ਹੈ, ਉਹਦੀ ਕੋਈ ਹੱਦ ਨਹੀਂ ਹੈ। ਉਹ ਬਹੁਤ ਵੱਡਾ ਦਾਇਰਾ ਗੁਰੂ ਦਾ। ਇਸ ਕਰਕੇ ਸਾਰੇ ਦੇਵੀ ਦੇਵਤੇ ਗੁਰੂ ਦੇ ਚਰਨਾਂ ਦੇ ਝੁਕਦੇ ਹੈ, ਤੇ ਗੁਰੂ ਨਾਨਕ ਸਭ ਤੋਂ ਵੱਡਾ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। 33 ਕਰੋੜ ਦੇਵੀ ਦੇਵਤੇ ਗੁਰੂ ਸਾਹਿਬ ਜੀ ਨੂੰ ਲੈਣ ਵਾਸਤੇ ਹਾਜ਼ਰ ਹੋ ਗਏ ਹਨ। ਗੁਰ ਆਗਮਨ ਜਾਣ ਸਭ ਆਏ ਸਾਰੇ ਦੇਵਤੇ ਮਹਾਰਾਜ ਦੇ ਸੱਚਖੰਡ ਗਮਨ ਦਾ ਸਮਾਂ ਜਾਣ ਕੇ ਆਕਾਸ਼ ਮੰਡਲ 'ਚ ਆਪਣੇ ਆਪਣੇ ਵਿਮਾਨਾਂ ਤੇ ਚੜ੍ਹ ਕੇ ਆ ਗਏ। ਬਾਦਤ ਦੁੰਦਬ ਆਦ ਬਜਾਏ ਬੜੇ ਵਾਜੇ ਗਾਜੇ ਸਵਰਗ ਤੋਂ ਵਜਾਉਂਦੇ ਹੋਏ ਆਏ ਹਨ। ਪੁਸ਼ਪਨ ਮਾਲ ਵਿਸਾਲ ਆਨੰਦਤ ਸਵਰਗ ਦੇ ਜਿਹੜੇ ਫੁੱਲ ਹਨ, ਸਵਰਗ ਦੇ ਬਾਗ ਦੇ ਜਿਹੜੇ ਬੂਟੇ ਪਾਰ ਜਾਤ, ਜਿਵੇਂ ਉੱਥੇ ਲਿਖਿਆ ਨਾ ਬਾਣੀ 'ਚ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ। ਇਹ ਪਾਰ ਜਾਤ ਐਸਾ ਵਿਰਸ਼ ਹੈ ਜਿਹਦੇ ਕੋਲੋਂ ਜਿਹੜਾ ਵੀ ਫਲ ਮੰਗੋ ਉਹੀ ਮਿਲ ਜਾਂਦਾ। ਇੱਕ ਫਲ ਨਹੀਂ ਦਿੰਦਾ। ਜਿਵੇਂ ਸੇਬ ਦੇ ਬੂਟੇ ਨੂੰ ਸੇਬ ਹੀ ਲੱਗਦੇ, ਅਮਰੂਦ ਦੇ ਬੂਟੇ ਨੂੰ ਅਮਰੂਦ ਹੀ ਲੱਗਦੇ, ਕੇਲੇ ਦੇ ਝਾੜ ਨੂੰ ਕੇਲੇ ਹੀ ਲੱਗਦੇ। ਪਰ ਪਾਰ ਜਾਤ ਦੀ ਇਹ ਖੂਬੀ ਆ ਵੀ ਸਾਰੇ ਫਲ ਲੱਗਦੇ ਆ ਉਹਨੂੰ। ਉਹ ਇੰਦਰ ਦੇ ਬਾਗ ਦੇ ਵਿੱਚ ਹੈ। ਇੱਦਾਂ ਉੱਥੇ ਹੋਰ ਵੀ ਬੜੇ ਬੜੇ ਸੋਹਣੇ ਫੁੱਲ ਹਨ। ਉਹਨਾਂ ਫੁੱਲਾਂ ਦੀਆਂ ਬਣਾ ਬਣਾ ਕੇ ਡਾਲੀਆਂ ਲੈ ਕੇ ਆਏ ਹਨ ਦੇਵਤੇ। ਧੂਪ ਤਖਾਵਤ ਗੁਰ ਕੋ ਬੰਦਤ ਧੂਪ ਤੁਖਾਂਦੇ ਹਨ, ਫੁੱਲਾਂ ਦੀ ਵਰਖਾ ਕਰਦੇ ਹਨ, ਤੇ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਹਨ, ਮੱਥਾ ਟੇਕਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ। ਅਨੇਕ ਪ੍ਰਕਾਰਨ ਕੇ ਉਤਸ਼ਾਹੂ ਅਨੇਕ ਪ੍ਰਕਾਰ ਦੇ ਉਤਸ਼ਾਹ ਦੇਵਤੇ ਕਰਦੇ ਹਨ। ਰਚਹਿ ਦੇਵ ਮਿਲ ਆਪਸ ਮਾਹੂ ਔਰ ਆਪਸ ਵਿੱਚ ਮਿਲ ਕੇ ਦੇਵਤੇ ਇਹ ਸਾਰਾ ਕੁਛ ਕਰਦੇ ਹਨ, ਭਾਵ ਮੰਗਲਾਚਾਰ ਕਰਦੇ ਨੇ। ਕਹਿੰਦੇ ਨੇ ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ, ਸਗਲਾ ਬਨ ਹਰਾ। ਸਾਡੇ ਭਾਗ ਚੰਗੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਡੇ ਘਰ ਆ ਰਹੇ ਹਨ। ਚੜ ਬਿਬਾਨ ਪਰ ਗੁਰੂ ਪਿਆਨੇ ਤੇ ਬਹੁਤ ਵੱਡਾ ਸੁੰਦਰ ਵਿਮਾਨ ਗੁਰੂ ਸਾਹਿਬ ਵਾਸਤੇ ਸੱਚਖੰਡ ਤੋਂ ਆਇਆ। ਉਹਦੇ ਤੇ ਚੜ ਕੇ ਸਤਿਗੁਰੂ ਜੀ ਸੱਚਖੰਡ ਨੂੰ ਚਾਲੇ ਪਾ ਗਏ। ਮਣੀਆਂ ਮੁਕਤਾ ਗਨ ਲਰਕਾਨੇ ਉਹ ਜਿਹੜਾ ਵਿਮਾਨ ਸੀਗਾ ਗੁਰੂ ਸਾਹਿਬ ਦਾ ਜਹਾਜ਼ ਸੀ, ਉਹਨੂੰ ਹੀਰੇ ਮੋਤੀ ਮਣੀਆਂ ਪੰਨੇ ਸਬਜੇ ਨੀਲੇ ਪੁਖਰਾਜ ਲੱਗੇ ਹੋਏ ਸਨ। ਦੇਵ ਬਦੂ ਨਾਚਤ ਅਗਵਾਈ ਔਰ ਦੇਵਤਿਆਂ ਦੀਆਂ ਬੋਢੀਆਂ ਮਹਾਰਾਜ ਦੇ ਆਗਮਨ ਦੀ ਖੁਸ਼ੀ 'ਚ ਨਾਚ ਗਾਣਾ ਕਰ ਰਹੀਆਂ ਸਨ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਨਾ, ਹਾ ਹਾ ਹੂ ਹੂ ਗੰਧਰਵ ਅਪਸਰਾ, ਅਨੰਦ ਮੰਗਲ ਤੁਮ ਗਾਵਨੀ ਨੀਕੀ, ਪ੍ਰਿਆ ਕੀ ਸੋਭ ਸੁਹਾਵਨੀ ਨੀਕੀ। ਇਹ ਮੇਰੇ ਪਾਤਸ਼ਾਹ ਦੀ ਸੋਭਾ ਐਸੀ ਹੈ ਵੀ ਹਾ ਹਾ ਹੂ ਹੂ ਜਿਹੜੇ ਸਵਰਗ ਦੇ ਦੋ ਗਵਈਏ ਹਨ। ਹਾ ਹਾ ਤੇ ਹੂ ਹੂ ਦੋ ਭਾਈ ਕਹਿੰਦੇ ਸਵਰਗ ਦੇ ਵਿੱਚ ਇੰਦਰ ਦੇ ਦਰਬਾਰ ਵਿੱਚ ਗਾਇਨ ਕਰਦੇ ਹਨ, ਤੇ ਉਰਵਸ਼ੀ ਰੰਭਾ ਮੇਨਕਾ ਵਰਗੀਆਂ ਅਪਸਰਾਵਾਂ ਨਾਚ ਕਰਦੀਆਂ ਹਨ। ਉਹ ਸਦਾ ਹੀ ਜਵਾਨ ਰਹਿੰਦੀਆਂ ਹਨ। ਇਹ ਸੰਸਾਰ ਦੇ ਵਿੱਚ ਤਾਂ ਜਿੰਨਾ ਵੀ ਕੋਈ ਸਰੀਰ ਧਾਰਨ ਕਰਕੇ ਆਇਆ ਹੈ ਉਹਨੂੰ ਬਾਲ ਅਵਸਥਾ ਵੀ ਮਿਲਦੀ ਹੈ, ਜਵਾਨੀ ਵੀ ਆਉਂਦੀ ਹੈ, ਬੁਢੇਪਾ ਵੀ ਆਉਂਦਾ ਹੈ। ਪਰ ਜਿਹੜੇ ਉਹ ਦੇਵੀ ਮੰਡਲ ਦੇ ਲੋਕ ਹਨ ਉਹਨਾਂ ਦੀ ਸਦਾ ਹੀ ਕਾਇਆ ਇੱਕੋ ਜਿਹੀ ਰਹਿੰਦੀ ਹੈ। ਉਹ ਅਪਸਰਾਵਾਂ ਮਹਾਰਾਜ ਦਾ ਜਸ ਕਰਦੀਆਂ ਹਨ।
ਹਾ ਹਾ ਹੂ ਗੰਧਰਵ ਅਪਸਰਾ ਅਨੰਦ ਮੰਗਲ ਤੁਨ ਗਾਵਨੀ ਨੀਕੀ ਪ੍ਰਿਆ ਕੀ ਸੋਭ ਸੁਹਾਵਣੀ ਨੀਕੀ। ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ। ਸੋ ਉਹ ਦੇਵੀ ਮੰਡਲ ਦੇ ਲੋਕ ਸਤਿਗੁਰਾਂ ਦਾ ਸਵਾਗਤ ਕਰ ਰਹੇ ਨੇ। ਚਲੇ ਜਾਤ ਹੈ ਅਨਕ ਵਧਾਈ। ਔਰ ਮਹਾਰਾਜ ਦੇ ਆਉਣ ਦੀ ਖੁਸ਼ੀ ਵਿੱਚ ਉਹ ਵਧਾਈਆਂ ਦਿੰਦੇ ਨੇ ਦੇਵਤੇ ਵੀ, ਸਾਨੂੰ ਮਹਾਰਾਜ ਦੇ ਦਰਸ਼ਨ ਹੋ ਰਹੇ ਨੇ, ਕਿਉਂਕਿ ਸਭ ਤੋਂ ਵੱਡੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਜ ਸਾਡੇ ਮੰਡਲਾਂ ਵਿੱਚ ਆ ਰਹੇ ਨੇ। ਕਿੰਨਰ ਗੰਧਰਵ ਮਿਲ ਸਮਦਾਇਆ। ਸਵਰਗ ਦੇ ਕਿੰਨਰ ਤੇ ਗੰਧਰਵ ਇਕੱਠੇ ਹੋ ਕੇ ਨੱਚਦੇ ਤੇ ਗਾਉਂਦੇ ਨੇ। ਸਭ ਹਿਨ ਮਹਿ ਆਨੰਦ ਬੜ ਛਾਇਆ। ਬੜਾ ਆਨੰਦ, ਮੰਗਲਾਚਾਰ, ਬੜਾ ਉਤਸਵ ਹੈ, ਬੜੀ ਖੁਸ਼ੀ ਹੈ ਉੱਥੇ। ਪਹੁੰਚੇ ਪ੍ਰਭ ਬੈਕੁੰਠ ਸਥਾਨ। ਤੇ ਇਸ ਤਰ੍ਹਾਂ ਮਹਾਰਾਜ ਸਭ ਤੋਂ ਉੱਪਰ ਜੋ ਸਥਾਨ ਹੈ ਸੱਚਖੰਡ, ਉੱਥੇ ਪਹੁੰਚ ਗਏ ਨੇ। ਸਾਧ ਸੰਗਤ ਜੀ, ਇਸ ਉਚਾਈ ਨੂੰ ਕਿਸੇ ਇੰਚੀ ਟੇਪ ਨਾਲ ਤਾਂ ਨਹੀਂ ਮਾਪਿਆ ਜਾ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਫਿਜ਼ੀਕਲ ਤੌਰ ਤੇ ਨਹੀਂ ਆਪਾਂ ਦੇਖ ਸਕਦੇ ਵੀ ਕਿੰਨਾ ਉੱਚਾ ਹੈ। ਉਹ ਸੁਰਤ ਦੇ ਵਿੱਚ ਜਾ ਕੇ ਕਿਸੇ ਅਨੁਭਵੀ ਮਹਾਤਮਾ ਨੂੰ ਪਤਾ ਲੱਗੇਗਾ ਵੀ ਉਹ ਕਿੱਦਾਂ ਦਾ ਮੰਡਲ ਹੈ। ਉਸ ਤੋਂ ਥੱਲੇ ਰਸਤੇ 'ਚ ਕਿਹੜੇ ਕਿਹੜੇ ਸਥਾਨ ਹਨ, ਕਿਹੜੇ ਕਿਹੜੇ ਮੰਡਲ ਹਨ। ਬ੍ਰਹਮ ਲੋਕ ਹੈ, ਇੰਦਰ ਲੋਕ ਹੈ, ਸ਼ਿਵ ਲੋਕ ਹੈ, ਵਿਸ਼ਨੂੰ ਦੀ ਪੂਰੀ ਬੈਕੁੰਠ ਧਾਮ ਹੈ, ਦੇਵਤਿਆਂ ਦਾ ਇੰਦਰ ਲੋਕ ਹੈ। ਇਸੇ ਤਰ੍ਹਾਂ ਹੀ ਸਾਰਿਆਂ ਦੇ ਵੱਖਰੇ ਵੱਖਰੇ ਸਥਾਨ ਹਨ, ਪਰ ਸਭ ਤੋਂ ਉੱਪਰ ਜਿਹੜਾ ਸਥਾਨ ਹੈ ਉਹ ਸੱਚਖੰਡ ਗੁਰੂ ਨਾਨਕ ਸਾਹਿਬ ਜੀ ਦਾ ਹੈ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉੱਥੇ ਸਤਿਗੁਰੂ ਪਾਤਸ਼ਾਹ ਆਪਣੇ ਧਾਮ ਵਿੱਚ ਜਾ ਪਹੁੰਚੇ ਹਨ। ਅਤ ਆਨੰਦ ਮਹਿ ਗੁਰ ਭਗਵਾਨ। ਸਤਿਗੁਰੂ ਜੀ ਬੜੇ ਆਨੰਦ ਵਿੱਚ ਹਨ, ਕਿਉਂਕਿ ਉਹ ਅਵਸਥਾ ਤਾਂ ਸਦਾ ਹੀ ਆਨੰਦ ਦੀ ਹੈ। ਉਹ ਨਾ ਜੰਮਦੇ ਹੈ, ਨਾ ਮਰਦੇ ਹੈ, ਨਾ ਆਉਂਦੇ ਹੈ, ਨਾ ਜਾਂਦੇ ਹੈ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਿ ਸਿਉ ਲੈਨ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ। ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿਨ ਜਾਤੇ। ਉਸ ਸੱਚਖੰਡ ਮੰਡਲ ਵਿੱਚ ਮਹਾਰਾਜ ਆਪਣੇ ਘਰ ਜਾ ਪਹੁੰਚੇ ਹਨ। ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਸੈ ਭਗਤ ਪਿਆਰੇ। ਉੱਥੇ ਜਾ ਵਸੇ ਹਨ। ਸੁਰ ਸਭ ਨਿਜ ਨਿਜ ਥਾਨ ਸਿਧਾਏ। ਤੇ ਦੇਵਤੇ ਉੱਥੋਂ ਪਿੱਛੇ ਹੀ ਨਮਸਕਾਰ ਕਰਕੇ ਵਾਪਸ ਆ ਗਏ। ਕਿਉਂ? ਉੱਥੇ ਸੱਚਖੰਡ ਵਿੱਚ ਜਾਣ ਦੀ ਦੇਵਤਿਆਂ ਨੂੰ ਵੀ ਆਗਿਆ ਨਹੀਂ ਹੈ। ਵਾਹਿਗੁਰੂ ਦੇ ਹੁਕਮ ਵਿੱਚ ਨਾ ਇਹ ਦੇਵਤੇ ਆਪਣੇ ਆਪਣੇ ਥਾਂ ਤੇ ਟਿਕੇ ਹੋਏ ਨੇ। ਸੂਰਜ ਆਪਣੇ ਮੰਡਲ 'ਚ ਟਿਕਿਆ ਹੋਇਆ, ਚੰਦਰਮਾ ਆਪਣੇ ਮੰਡਲ 'ਚ ਟਿਕਿਆ ਹੋਇਆ, ਇੰਦਰ ਦੇਵਤਾ ਦਾ ਆਪਣਾ ਮੰਡਲ ਹੈ, ਪਵਨ ਦੇਵਤਾ ਦਾ ਆਪਣਾ ਹੈ, ਅਗਨੀ ਦੇਵਤਾ ਦਾ ਆਪਣਾ ਹੈ। ਇਹ ਸਾਰੇ ਦੇਵਤੇ ਆਪਣੇ ਆਪਣੇ ਸਥਾਨਾਂ ਤੇ ਚਲੇ ਗਏ। ਕੀਰਤ ਕਰਤ ਗੁਰਨ ਕੀ ਜਾਏ। ਪਰ ਸਭ ਦੇਵਤੇ ਗੁਰੂ ਦੀ ਕੀਰਤੀ ਗਾਉਂਦੇ ਨੇ। ਗਾਵਣ ਤੁਧਨੋਂ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਉਂਦੇ ਨੇ ਕਿ ਮਹਾਰਾਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਹੁਤ ਮਹਾਨ ਸਤਿਗੁਰੂ ਹਨ। ਜਬ ਤਨ ਤਿਆਗਿਓ ਜਨਨੀ ਜਾਨਾ। ਜਦੋਂ ਮਾਤਾ ਕ੍ਰਿਸ਼ਨ ਕੌਰ ਜੀ ਨੇ ਵੇਖਿਆ ਵੀ ਹੁਣ ਮਹਾਰਾਜ ਚੋਲਾ ਛੱਡ ਗਏ ਹਨ, ਦਾਸਨ ਸੋ ਤਬ ਬਾਖ ਬਖਾਨਾ। ਤੇ ਮਾਤਾ ਕ੍ਰਿਸ਼ਨ ਕੌਰ ਜੀ ਸੇਵਾਦਾਰਾਂ ਨੂੰ ਕਹਿਣ ਲੱਗੇ, ਦੇਖੋ ਸਤਿਗੁਰ ਕੀ ਅਬਦੇਹ। ਦੇਖੋ ਸਤਿਗੁਰਾਂ ਦਾ ਸਰੀਰ ਵੇਖੋ। ਪ੍ਰਾਨ ਨਹੀਂ ਜਾਣੇ ਮਨ ਏਹ। ਹੁਣ ਲੱਗਦਾ ਵੀ ਪ੍ਰਾਣ ਨਹੀਂ ਰਹੇ ਸਰੀਰ ਵਿੱਚ, ਸਵਾਸ ਨਹੀਂ ਚੱਲ ਰਹੇ। ਅੱਗੇ ਸਵਾਸ ਚੱਲਦੇ ਸਨ ਤੇ ਹੁਣ ਸਵਾਸ ਰੁਕ ਗਏ ਹਨ। ਤਬ ਅਗਾਰ ਮੁਖ ਦਾਸ ਨਿਹਾਰਾ। ਮਹਾਰਾਜ ਦਾ ਸੇਵਾਦਾਰ ਭਾਈ ਗੁਰਬਖਸ਼ ਮਸੰਦ ਅੱਗੇ ਵਧਿਆ। ਉਸ ਨੇ ਮਹਾਰਾਜ ਦੇ ਚਿਹਰੇ ਤੋਂ ਕੱਪੜਾ ਲਾ ਕੇ ਦੇਖਿਆ। ਜਥਾ ਪ੍ਰਫੁੱਲਤ ਕਮਲ ਉਦਾਰਾ। ਚਿਹਰਾ ਇਉਂ ਸੀ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ ਹੈ। ਮ੍ਰਿਤਕ ਚਿੰਨ ਇੱਕ ਪ੍ਰਾਣ ਨ ਆਵਤ। ਸਰੀਰ ਛੱਡਣ ਦਾ ਇੱਕੋ ਹੀ ਚਿੰਨ ਸੀਗਾ ਵੀ ਪ੍ਰਾਣ ਨਹੀਂ ਸੀ ਚੱਲ ਰਹੇ, ਸਵਾਸ ਨਹੀਂ ਸੀ ਚੱਲ ਰਹੇ। ਬਾਕੀ ਕਮਲ ਵਰਗਾ ਚਿਹਰਾ ਮੁਰਝਾਇਆ ਨਹੀਂ। ਚਿਹਰੇ ਉੱਤੇ ਕੋਈ ਏਦਾਂ ਦਾ ਨਿਸ਼ਾਨ ਨਹੀਂ ਹੈ ਵੀ ਇਹ ਚੜ੍ਹਾਈ ਕਰ ਗਏ। ਏਦਾਂ ਜਿਵੇਂ ਸੁੱਤੇ ਪਏ। ਹਾਂਜੀ। ਅਪਰ ਪ੍ਰਭਾਤੇ ਮਹੀ ਦ੍ਰਿਸ਼ਟਾਵਤ। ਚਿਹਰੇ ਦੀ ਕ੍ਰਾਂਤੀ ਉਦਾਂ ਹੀ ਨਜ਼ਰ ਆਉਂਦੀ ਸੀ। ਬਹਰੋ ਬਦਨ ਅਸ਼ਾਦਨ ਕਰਿਓ। ਔਰ ਫਿਰ ਉੱਤੇ ਕਪੜਾ ਪਾ ਦਿੱਤਾ। ਸਭ ਕੇ ਦ੍ਰਿਗ ਪੂਰਨ ਜਲ ਢਰਿਓ। ਉਸ ਵੇਲੇ ਜਿੰਨੀ ਗੁਰੂ ਕੀ ਸੰਗਤ ਉੱਥੇ, ਰਾਤ ਦਾ ਸਮਾਂ ਸੀ, 12-1 ਵੱਜ ਗਏ ਸਨ।
ਸਭ ਦੀਆਂ ਅੱਖਾਂ ਜਲ ਨਾਲ ਭਰ ਗਈਆਂ। रुदत भये जब अंतर सारे ਅੰਦਰ ਵਾਲੇ ਜਦੋਂ ਰੋਣ ਲੱਗ ਪਏ, वहर पौर पर सुनी ਬਾਹਰ पुकारे ਬਹੁਤ ਸੰਗਤ ਸੀ, ਹਜ਼ਾਰਾਂ ਸੰਗਤਾਂ ਸੀਗੀਆਂ। ਉਹਨਾਂ ਨੂੰ ਜਦੋਂ ਅੰਦਰੋਂ ਰੋਣ ਦੀ ਆਵਾਜ਼ ਸੁਣਾਈ ਦਿੱਤੀ, जान्यो सबन समावत भये ਦਿੱਲੀ ਦੀਆਂ ਸੰਗਤਾਂ, ਬਾਹਰੋਂ ਆਈਆਂ ਸੰਗਤਾਂ, 2200 ਤਾਂ ਗੁਰੂ ਦੀ ਫੌਜ ਦੇ ਸਿਪਾਹੀ ਸਨ ਤੇ ਬਾਕੀ ਸੰਗਤਾਂ ਬੜੀਆਂ ਸਨ। ਸਾਰੇ ਹੀ ਰੋਣ ਲੱਗ ਪਏ, ਬੈਰਾਗ ਕਰਨ ਲੱਗ ਪਏ अपन पुरी को प्राप्त थे ਕਿ ਸਭ ਨੂੰ ਪਤਾ ਲੱਗਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਚੋਜਕ ਵਰਤਾਣਾ ਸੀ ਉਹ ਵਰਤਾ ਗਏ ਨੇ, ਆਪਣੀ ਪੁਰੀ ਨੂੰ ਸੱਚਖੰਡ ਨੂੰ ਜਾ ਪਹੁੰਚੇ ਨੇ। सिमरत सत नाम सह शोका ਸੰਗਤਾਂ ਨੂੰ ਸਿਆਣਿਆਂ ਨੇ ਆਖਿਆ ਭਾਈ ਰੋਣਾ ਨਹੀਂ, ਗੁਰੂ ਸਾਹਿਬ ਦਾ ਹੁਕਮ ਹੈ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਵਾਹਿਗੁਰੂ 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 ਜਪੋ। ਤੋ ਸਿੱਖਾਂ ਨੇ ਹੁਕਮ ਮੰਨ ਕੇ ਬੈਰਾਗ ਵਿੱਚ ਆਇਆ ਹੋਇਆਂ ਨੇ ਵਾਹਿਗੁਰੂ 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 ਦਾ ਜਾਪ ਸ਼ੁਰੂ ਕਰ ਦਿੱਤਾ। उते पौर पर जेत कलोका ਜਿੰਨੇ ਲੋਕ ਦਰਵਾਜ਼ੇ ਤੇ ਬਾਹਰ ਖੜੇ ਸਨ ਉਹਨਾਂ ਸਾਰਿਆਂ ਦੀਆਂ ਅੱਖਾਂ 'ਚ ਹੰਝੂ ਸਨ ਤੇ ਰਸਨਾ ਤੇ ਵਾਹਿਗੁਰੂ ਦਾ ਜਾਪ ਸੀ। सुनचा सिंह को दूत सिधारियो ਰਾਜਾ ਜੈ ਸਿੰਘ ਨੇ ਆਪਣਾ ਦੂਤ ਉੱਥੇ ਛੱਡ ਦਿੱਤਾ ਸੀ। ਰਾਤ ਜਾਣ ਲੱਗਿਆ ਘਰ ਵੀ ਜਦੋਂ ਕੋਈ ਗੱਲ ਹੋਵੇ ਮੈਨੂੰ ਖਬਰ ਕਰਦਾ ਰਵੀਂ। ਰਾਤ ਨੂੰ ਜਦੋਂ ਇਹ ਭਾਣਾ ਵਰਤਿਆ, ਸੇਵਾਦਾਰ ਰਾਜੇ ਦਾ ਦੌੜ ਕੇ ਗਿਆ, जाए पास तिस पेव उचारियो ਰਾਜੇ ਕੋਲ ਜਾ ਕੇ ਖਬਰ ਦਿੱਤੀ। नृप सुन शोक विसाल उपायो ਸੁਣ ਕੇ ਰਾਜਾ ਜੈ ਸਿੰਘ ਵੀ ਬੜਾ ਬੈਰਾਗ ਵਿੱਚ ਆ ਗਿਆ, ਬੜਾ ਸ਼ੋਕ ਕੀਤਾ ਉਸਨੇ। सिमर सिमर गुर गुण पछतायो ਸਤਿਗੁਰੂ ਜੀ ਦੇ ਗੁਣਾਂ ਨੂੰ ਯਾਦ ਕਰ ਕਰਕੇ ਉਹਨਾਂ ਦੀਆਂ ਵੱਡੀਆਂ ਖੇਡਾਂ ਜੋ ਵੇਖੀਆਂ ਸੀ ਰਾਜੇ ਨੇ ਅੱਖਾਂ ਨਾਲ, 70-80 ਹਜ਼ਾਰ ਬਿਮਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਲੀ 'ਚ ਠੀਕ ਕੀਤਾ ਸੀਗਾ, ਜਿਨ੍ਹਾਂ ਦੀ ਸਾਧ ਸੰਗਤ ਜੀ ਬਚਣ ਦੀ ਕੋਈ ਉਮੀਦ ਨਹੀਂ ਸੀ ਨਾ। ਕਹਿੰਦੇ ਉਹ ਇੰਨੀ ਦੁਨੀਆ ਲੱਖਾਂ ਦੇ ਹਿਸਾਬ ਨਾਲ ਬਿਮਾਰ ਹੋਈ ਸੀ, ਜਿਹਦੇ ਜਿਹਤੇ ਕਿਰਪਾ ਦ੍ਰਿਸ਼ਟੀ ਕਰਦੇ ਸੀ ਉਹਨੂੰ ਰਾਜੀ ਕਰ ਦਿੰਦੇ ਸੀ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਉਹਨਾਂ ਦੀ ਖੇਡ ਵੇਖ ਕੇ ਤਾਂ ਰਾਜਾ ਜੈ ਸਿੰਘ ਬਲਿਹਾਰ ਭਲਿਹਾਰ ਜਾਂਦਾ ਸੀ। ਅੱਜ ਵਿਛੋੜਾ ਦੇ ਗਏ ਨੇ ਤਾਂ ਰਾਜਾ ਆਪਣੇ ਬੰਗਲੇ 'ਚ ਬੈਠਾ ਹੀ ਰੋਣ ਲੱਗ ਪਿਆ। शाह निकट सुध तब पहुंचाई ਤੇ ਰਾਜੇ ਨੂੰ ਔਰੰਗਜ਼ੇਬ ਨੇ ਕਿਹਾ ਸੀ ਵੀ ਮੈਨੂੰ ਵੀ ਖਬਰ ਦਿੰਦੇ ਰਹਿਣਾ। ਰਾਜੇ ਜੈ ਸਿੰਘ ਨੇ ਉਸੇ ਵੇਲੇ ਬਾਦਸ਼ਾਹ ਦੇ ਕੋਲ ਲਾਲ ਕਿਲੇ ਦੇ ਵਿੱਚ ਖਬਰ ਪਹੁੰਚਾ ਦਿੱਤੀ। जाम जामनी तीन बिताई ਉਸ ਵੇਲੇ ਸਾਧ ਸੰਗਤ ਜੀ ਸਵੇਰ ਦੇ 3 ਵੱਜ ਚੁੱਕੇ ਸਨ। ਜਦੋਂ ਬਾਦਸ਼ਾਹ ਨੂੰ ਖਬਰ ਪਹੁੰਚੀ ਨਾ ਤਾਂ 3 ਪਹਿਰ ਰਾਤ ਬੀਤ ਗਈ ਸੀ, 1 ਪਹਿਰ ਰਾਤ ਰਹਿੰਦੀ ਸੀ। सुन कै सुदत गीत पुन करी ਬਾਦਸ਼ਾਹ ਨੇ ਉਸੇ ਵੇਲੇ ਆਪਣੇ ਨੌਕਰਾਂ ਨੂੰ ਉਸੇ ਵੇਲੇ ਹੁਕਮ ਦਿੱਤਾ ਬਈ ਰਾਜਾ ਜੈ ਸਿੰਘ ਨੂੰ ਕਹਿ ਦਿਓ मैं आवो चल कर जिस घरी ਕਿ ਮੈਂ ਜਦੋਂ ਆਵਾਂਗਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਵਾਂਗਾ, ਉਸ ਵੇਲੇ ਉਹਨਾਂ ਦਾ ਸੰਸਕਾਰ ਕਰਿਆ ਜੇ, ਉਸ ਤੋਂ ਪਹਿਲਾਂ ਉਹਨਾਂ ਦਾ ਸੰਸਕਾਰ ਨਾ ਕਰਿਆ ਜੇ। तब करनो संस्कार शरीर ਉਦੋਂ ਮਹਾਰਾਜ ਦੇ ਸਰੀਰ ਦਾ ਸੰਸਕਾਰ ਕਰਨਾ ਹੈ ਜਦੋਂ ਮੈਂ ਆਵਾਂ ਤੇ ਗੁਰੂ ਸਾਹਿਬ ਦੇ ਦਰਸ਼ਨ ਕਰ ਲਵਾਂ, ਕਿਉਂਕਿ ਜਿਉਂਦੇ ਜੀ ਤਾਂ ਉਹਨਾਂ ਨੇ ਮੈਨੂੰ ਦਰਸ਼ਨ ਦਿੱਤੇ ਨਹੀਂ। ਮੈਂ ਚਾਹੁੰਦਾ ਸੀ ਮੈਨੂੰ ਜਿਉਂਦੇ ਜੀ ਮਿਲ ਜਾਣ, ਪਰ ਉਹਨਾਂ ਨੇ ਮੇਰੀ ਜਿੱਦ ਫੜੀ ਸੀ, ਮੈਨੂੰ ਦਰਸ਼ਨ ਨਹੀਂ ਸੀ ਦਿੰਦੇ। ਪਰ ਹੁਣ ਮੈਂ ਉਹਨਾਂ ਦੇ ਸਰੀਰ ਦੇ ਹੀ ਦਰਸ਼ਨ ਕਰ ਲਵਾਂ। ਗੁਰੂ 8ਵੇਂ ਪਾਤਸ਼ਾਹ ਦੇ ਸਰੀਰ ਦੇ ਦਰਸ਼ਨ ਕਰਨ ਲਈ ਉਹਨਾਂ ਦਾ ਸਰੀਰ ਰੋਕ ਕੇ ਰੱਖਿਆ ਜੇ, ਸੰਸਕਾਰ ਨਾ ਹੋਣ ਦਿਆ ਜੇ। बाल गुरु हर कृष्ण सधीर ਬਾਲ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਬੜੇ ਧੀਰਜਵਾਨ ਸਤਿਗੁਰੂ ਜੀ। नृप को आन सकल समझाई ਕਹਿੰਦੇ ਆ ਕੇ ਬਾਦਸ਼ਾਹ ਦੇ ਬੰਦਿਆਂ ਨੇ ਰਾਜਾ ਜੈ ਸਿੰਘ ਨੂੰ ਇਹ ਗੱਲ ਸਮਝਾ ਦਿੱਤੀ ਵੀ ਸੰਸਕਾਰ ਕਰਨ ਵਿੱਚ ਬਹੁਤੀ ਕਾਹਲ ਨਾ ਕਰਿਆ ਜੇ, ਬਾਦਸ਼ਾਹ ਖੁਦ ਦਰਸ਼ਨਾਂ ਲਈ ਆਵੇਗਾ। शाह आप सो इम फरमाई ਆਪ ਜੀ ਨੂੰ ਰਾਜਾ ਜੀ ਬਾਦਸ਼ਾਹ ਦਾ ਇਹ ਹੁਕਮ ਹੈ, ਤਾਕੀਦ ਕੀਤੀ ਪੱਕੇ ਤੌਰ ਤੇ ਵੀ ਸੰਸਕਾਰ ਮੇਰੇ ਆਉਣ ਤੋਂ ਬਾਅਦ ਕਰਿਆ ਜੇ। सुन जय सिंह गयो तत्काल ਰਾਜਾ ਜੈ ਸਿੰਘ ਬਾਦਸ਼ਾਹ ਦਾ ਪਰਵਾਨਾ ਸੁਣ ਕੇ ਬਾਲਾ ਸਾਹਿਬ ਨੂੰ ਤੁਰ ਪਿਆ। अमृत वेला हो तो विशाल ਜਦੋਂ ਰਾਜਾ ਜੈ ਸਿੰਘ ਬਾਲਾ ਸਾਹਿਬ ਪਹੁੰਚਿਆ ਉਸ ਵੇਲੇ ਅਜੇ ਹਨੇਰਾ ਹੀ ਸੀਗਾ, ਦਿਨ ਨਹੀਂ ਸੀ ਚੜਿਆ, ਅੰਮ੍ਰਿਤ ਵੇਲਾ ਸੀ। जाए पौर पर बैठे सोए ਤੇ ਉਹ ਰਾਜਾ ਜੈ ਸਿੰਘ ਵੀ ਉਸ ਸਥਾਨ ਦੇ ਜਿੱਥੇ ਸਤਿਗੁਰਾਂ ਦਾ ਪਾਵਨ ਪਵਿੱਤਰ ਸਰੂਪ ਪਿਆ ਸੀਗਾ
ਉਹਦੇ ਬਾਹਰ ਦਰਵਾਜ਼ੇ ਤੇ ਬੈਠ ਗਿਆ। ਆਏ ਅਪਰ ਬੈਠਾ ਸਭ ਕੋਏ। ਉੱਥੇ ਰਾਜੇ ਦੇ ਕੋਲ ਆ ਕੇ ਸਭ ਸ਼ਹਿਰ ਦੇ ਵੱਡੇ ਵੱਡੇ ਲੋਕ ਸਿੱਖ ਸੰਗਤਾਂ ਬੈਠ ਰਹੀਆਂ ਸਨ। ਭਈ ਪ੍ਰਭਾਤ ਸੁਨਿਓ ਪੁਰ ਸਾਰੇ। ਸਵੇਰ ਦਿਨ ਚੜ੍ਹਦੇ ਨੂੰ ਤਾਂ ਇਹ ਖਬਰ ਸਾਰੇ ਸ਼ਹਿਰ 'ਚ ਫੈਲ ਗਈ। ਸਿੱਖ ਤਾਂ ਪਹਿਲਾਂ ਹੀ ਆ ਗਏ ਸਨ, ਜਿਹੜੇ ਗੁਰੂ ਨੂੰ ਮੰਨਣ ਵਾਲੇ, ਗੁਰੂ ਦੇ ਪਿਆਰ ਵਾਲੇ ਸਨ, ਤੇ ਜਿਹੜੇ ਨਹੀਂ ਸੀ ਆਏ ਉਹਨਾਂ ਨੂੰ ਵੀ ਦਿਨ ਚੜ੍ਹੇ ਤੱਕ ਖਬਰ ਪਹੁੰਚ ਗਈ ਵੀ ਰਾਤ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ 1 ਵਜੇ ਚਾਲੇ ਪਾ ਦਿੱਤੇ ਸਨ। ਸਿੱਖ ਸੰਗਤ ਪਾ ਮੇਲ ਉਦਾਰੇ। ਹਜ਼ਾਰਾਂ ਲੱਖਾਂ ਸੰਗਤਾਂ ਦਾ ਇਕੱਠ ਗੁਰਦੁਆਰਾ ਬਾਲਾ ਸਾਹਿਬ ਜਿੱਥੇ ਬਣਿਆ ਹੋਇਆ ਜਮਨਾ ਦੇ ਕੰਢੇ ਦੇ। ਉਦੋਂ ਤਾਂ ਸ਼ਹਿਰ ਨਹੀਂ ਸੀ, ਹੁਣ ਤਾਂ ਉੱਥੇ ਬੜੀ ਸੰਘਣੀ ਆਬਾਦੀ ਹੈ। ਉਦੋਂ ਖੁੱਲਾ ਥਾਂ ਸੀਗਾ, ਤੋਪਖਾਨਾ ਹੁੰਦਾ ਸੀ ਰਾਜੇ ਜੈ ਸਿੰਘ ਦਾ, ਤੇ ਉੱਥੇ ਸਾਰੇ ਸ਼ਹਿਰ ਦੇ ਲੋਕ ਪਹੁੰਚ ਗਏ ਹਨ। ਚੰਦਨ ਲੈ ਲੈ ਪਹੁੰਚੇ ਕੋਏ। ਤੇ ਗੁਰੂ ਕੇ ਸਿੱਖ ਕੋਈ ਚੰਦਨ ਦੀ ਲੱਕੜੀ ਲੈ ਕੇ ਆਇਆ ਹੈ, ਤਿਲ ਅਰ ਕ੍ਰਿਤ ਕਨੋ ਲੈ ਸੋਏ। ਕੋਈ ਘਿਓ ਦੇ ਪੀਪੇ ਲੈ ਕੇ ਆਇਆ, ਕੋਈ ਤਿਲ ਤੇ ਜੌਂ ਲੈ ਕੇ ਆਇਆ। ਸੰਸਕਾਰ ਵਿੱਚ ਉਹਨਾਂ ਦਿਨਾਂ 'ਚ ਇਹ ਚੀਜ਼ਾਂ ਪਾਉਂਦੇ ਹੁੰਦੇ ਸੀ। ਸੰਸਕਾਰ ਕਰਦੇ ਸੀ ਕਿਸੇ ਦਾ, ਵਿੱਚ ਤਿਲ ਪਾਉਂਦੇ ਸੀ, ਜੌਂ ਪਾਉਂਦੇ ਸੀ, ਵਿੱਚ ਘਿਓ ਪਾਉਂਦੇ ਸੀ, ਚੰਦਨ ਦੀ ਲੱਕੜੀ ਪਾਉਂਦੇ ਸੀ। ਸਤਿਕਾਰ ਵਜੋਂ ਤੋ ਇਦਾਂ ਦੀਆਂ ਸਮੱਗਰੀਆਂ ਲੈ ਕੇ ਆਏ ਹਨ। ਅਨੇਕ ਸੁਗੰਧਨ ਲਿਆਵਨ ਕਰੈ। ਅਨੇਕਾਂ ਸੁਗੰਧੀ ਵਾਲੀਆਂ ਵਧੀਆ ਵਧੀਆ ਚੀਜ਼ਾਂ ਸਿੱਖ ਲੈ ਕੇ ਆਏ ਹਨ। ਸ਼ੋਕ ਬਿਸਾਲ ਸਿੱਖਿਆ ਬਹੁਤਰੈ। ਪਰ ਮਨ ਵਿੱਚ ਬੜਾ ਭਾਰੀ ਸੋਗ ਹੈ, ਬੜਾ ਭਾਰੀ ਗਮ ਹੈ, ਤੇ ਬੜੇ ਕੀਮਤੀ ਪੁਸ਼ਾਕੇ ਦੁਸ਼ਾਲੇ ਗੁਰੂ ਸਾਹਿਬ ਦੇ ਪਵਿੱਤਰ ਸਰੀਰ ਤੇ ਚੜਾਉਣ ਵਾਸਤੇ ਸ਼ਰਧਾ ਨਾਲ ਸਿੱਖ ਲੈ ਕੇ ਆਏ ਹਨ। ਭਈ ਭੀੜ ਨਰ ਮਿਲੇ ਹਜ਼ਾਰਾਂ। ਹਜ਼ਾਰਾਂ ਸੰਗਤਾਂ ਇਕੱਠੀਆਂ ਹੋ ਗਈਆਂ ਹਨ। ਸੁਨ ਸੁਧ ਚਲੇ ਆਏ ਦੁਖ ਧਾਰੋ। ਕਹਿੰਦੇ ਇਹ ਖਬਰ ਸੁਣ ਕੇ ਸਾਰੇ ਆ ਗਏ ਹਨ। ਬੈਠੇ ਹੈ ਸਿਮਰਹਿ ਗੁਰ ਗੁਣ ਕਨੇ। ਤੇ ਸਾਰੇ ਗੁਰੂ ਗੁਰੂ ਜਪਦੇ ਹਨ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਨ। ਕਸ਼ਟ ਅਨਕ ਦਰਸ਼ਨ ਤੇ ਹਨੇ। ਗੁਰੂ ਸਾਹਿਬ ਜੀ ਮਹਾਰਾਜ ਦੇ ਗੁਣਾਂ ਨੂੰ ਯਾਦ ਕਰਦੇ ਵੀ ਇਹਨਾਂ ਦੇ ਦਰਸ਼ਨਾਂ ਨਾਲ ਹੀ ਕਸ਼ਟ ਕੱਟੇ ਜਾਂਦੇ ਸੀ। ਜਬ ਕੇ ਪੁਰ ਮਹਿ ਪਏ ਪ੍ਰਵੇਸ਼। ਲੋਕ ਗੱਲਾਂ ਕਰਦੇ ਨੇ ਜਦੋਂ ਦੇ ਆਏ ਨੇ ਨਾ ਦਿੱਲੀ ਵਿੱਚ ਗੁਰੂ ਮਹਾਰਾਜ 8ਵੇਂ ਪਾਤਸ਼ਾਹ, ਤਬ ਤੇ ਨਾਸ਼ੇ ਰੋਗ ਅਸ਼ੇਸ਼। ਇਸ ਸ਼ਹਿਰ ਦੀਆਂ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਬਿਮਾਰੀਆਂ ਕੱਟੀਆਂ ਗਈਆਂ, ਰੋਗ ਕੱਟੇ ਗਏ। ਜੈਪੁਰ ਨਾਥ ਆਤ ਸਭ ਕਹੈ। ਜੈਪੁਰ ਦਾ ਰਾਜਾ ਇਹ ਵੀ ਗੱਲ ਕਰਦਾ ਹੈ ਤੇ ਹੋਰ ਲੋਕ ਵੀ ਇਹ ਗੱਲਾਂ ਕਰਦੇ ਹਨ। ਸਰਬ ਕਲਾ ਸਮਰੱਥ ਪ੍ਰਭ ਲਹੈ। ਸਰਬ ਕਲਾ ਸਮਰੱਥ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਧੰਨ ਹਨ, ਧੰਨ ਹਨ, ਧੰਨ ਹਨ। ਸਭ ਏਦਾਂ ਜਪਦੇ ਹਨ। ਕੇਚਤ ਰਾਮ ਰਾਏ ਕੋ ਨਿੰਦਾ ਹੈ। ਕਈ ਬਾਬੇ ਰਾਮ ਰਾਏ ਦੀ ਨਿੰਦਾ ਕਰਦੇ ਕਿ ਬਾਬੇ ਰਾਮ ਰਾਏ ਨੇ ਗੁਰੂ ਸਾਹਿਬ ਨੂੰ ਜਿਹੜਾ ਇਸਰਾਪ ਦਿੱਤਾ ਸੀ ਉਹ ਬੜਾ ਮਾੜਾ ਕੀਤਾ ਸੀ। ਮਤ ਸਰ ਤਰਤਾ ਬਹੁ ਅਰਬਿੰਦ ਹੈ। ਕਹਿੰਦੇ ਬਾਬੇ ਰਾਮ ਰਾਏ ਜੀ ਗੁਰੂ ਸਾਹਿਬ ਦੇ ਪੁੱਤਰ ਹੋ ਕੇ ਵੀ ਐਡੀ ਈਰਖਾ 'ਚ ਰਹੇ ਨੇ। ਗੁਰੂ ਸਾਹਿਬ ਆਪਣੇ ਭਾਈ ਨੂੰ ਹੀ ਈਰਖਾ ਨਾਲ ਵੇਖਿਆ ਹੈ। ਸ਼ਾਹ ਨਿਕਟ ਕਹਿ ਪ੍ਰਥਮ ਹਕਾਰੇ। ਕਹਿੰਦੇ ਪਹਿਲਾਂ ਤਾਂ ਵੱਡੀ ਗੱਲ ਇਹ ਕੀਤੀ ਹੈ ਵੀ ਗੁਰੂ ਸਾਹਿਬ ਦੇ ਖਿਲਾਫ ਬਾਦਸ਼ਾਹ ਦੇ ਕੰਨ ਭਰ ਕੇ ਕਿ ਗੁਰੂ ਸਾਹਿਬ ਨੂੰ ਦਿੱਲੀ ਸੱਦੋ, ਦਿੱਲੀ ਸੱਦੋ, ਤੇ ਬਾਦਸ਼ਾਹ ਦਾ ਜ਼ੋਰ ਪਵਾ ਕੇ ਦਿੱਲੀ ਮੰਗਵਾਇਆ ਗੁਰੂ ਜੀ ਨੂੰ। ਪੁਰ ਪਰ ਵਿਸ਼ੇ ਪਿਖ ਸਰਾਪ ਉਚਾਰੇ। ਤੇ ਜਦੋਂ ਗੁਰੂ ਜੀ ਦਿੱਲੀ ਆ ਗਏ ਤੇ ਉਹਨਾਂ ਦਾ ਪ੍ਰਤਾਪ ਛਾ ਗਿਆ ਤੇ ਫਿਰ ਇਹ ਸਰਾਪ ਦੇਤਾ ਵੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਾਤਾ ਦੇ ਸੀਤਲਾ ਦੇ ਖਾਜੇ ਬਣਨਗੇ। ਇਨਹੁ ਨ ਚਾਹਿਓ ਸ਼ਾਹ ਸਮੇਲਾ। ਤੇ ਪਰ ਇਹ ਕਿਹੋ ਜਿਹੇ ਮਹਾਂਪੁਰਸ਼ ਸੀਗੇ, ਇਹਨਾਂ ਨੇ ਭਾਣਾ ਮੰਨ ਲਿਆ, ਬਚਨ ਮੋੜ ਸਕਦੇ ਸੀਗੇ, ਪਰ ਇਹ ਕਹਿ ਕੇ ਵੀ ਰਾਮ ਰਾਏ ਸਾਡਾ ਵੱਡਾ ਭਰਾ ਹੈ, ਉਹਨੂੰ ਸਾਡੇ ਪਿਤਾ ਗੁਰੂ ਰਾਏ ਸਾਹਿਬ ਨੇ ਕਿਹਾ ਸੀ ਵੀ ਜੋ ਤੂੰ ਕਹੇਗਾ ਹੋ ਜਾਏਗਾ। ਇਸ ਕਰਕੇ ਵੀ ਜੇ ਅਸੀਂ ਇਹਦਾ ਬਚਨ ਮੋੜਾਂਗੇ ਤੇ ਵੱਡੇ ਭਾਈ ਦਾ ਬਚਨ ਨਹੀਂ, ਪਿਤਾ ਜੀ ਦਾ ਬਚਨ ਮੁੜੇਗਾ। ਉਹ ਬਚਨ ਤਾਂ ਆਪਣੇ ਸਿਰ ਮੱਥੇ ਤੇ ਮੰਨ ਲਿਆ ਤੇ ਭਾਣਾ ਮੰਨ ਕੇ ਜੋਤੀ ਜੋਤ ਸਮਾ ਗਏ। ਬਾਦਸ਼ਾਹ ਨੂੰ ਦਰਸ਼ਨ ਨਹੀਂ ਦਿੱਤੇ। ਦਰਸ਼ਨ ਦੀਨ ਲੀਨ ਸੋਹੇਲਾ। ਨਾ ਰੰਗੇ ਦੇ ਦਰਸ਼ਨ ਕੀਤੇ, ਨਾ ਰੰਗੇ ਨੂੰ ਦਰਸ਼ਨ ਦਿੱਤੇ। ਕਹੇ ਪਿਤਾ ਕੇ ਮਹਿ ਇਹ ਰਹੇ। ਤੇ ਆਪਣੇ ਪਿਤਾ ਦੇ ਕਹੇ ਵਿੱਚ ਹੀ ਰਹੇ ਹਨ। ਦੇਨੀ ਕਰਾਮਾਤ ਨਹ ਚਾਹੇ। ਕਰਾਮਾਤ ਨਹੀਂ ਦਿਖਾਣੀ ਚਾਹੀ। ਧੰਨ ਗੁਰੂ ਹਰਿਕ੍ਰਿਸ਼ਨ ਮਹਾਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਧੀਰ ਗੰਭੀਰ ਅਪੀਰ ਸਜਾਨੇ। ਮਹਾਨ ਧੀਰਜਵਾਨ, ਮਹਾਨ ਗੰਭੀਰ ਆਸ਼ੇ ਦੇ ਮਾਲਕ ਸਤਿਗੁਰੂ ਜੀ। ਨਿਜ ਪ੍ਰਣ ਤੇ ਨਹ ਚਲੇ ਗਸਾਈ। ਆਪਣੇ ਪਰਨ ਤੋਂ ਚਲੇ ਨਹੀਂ, ਭਾਵ ਪਰਨ ਜੋ ਵੀ ਬਚਨ ਕੀਤਾ ਉਹ ਤੇ ਪੂਰੇ ਰਹੇ ਹਨ। ਨਹ ਮਿਲ ਬੇਕੀ ਲਖੀ ਵਡਾਈ। ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਦੇ ਵਿੱਚ ਕੋਈ ਖੂਬੀ ਨਹੀਂ ਸਮਝੀ ਉਹਨਾਂ ਨੂੰ। ਹਾਲਾਂਕਿ ਲੋਕ ਤਰਸਦੇ ਆ ਵੀ ਸਾਨੂੰ ਬਾਦਸ਼ਾਹ ਨਾਲ ਮੁਲਾਕਾਤ ਹੋਵੇ, ਬਾਦਸ਼ਾਹ ਨਾਲ ਮਿਲ ਕੇ ਅਸੀਂ
ਗੱਲਬਾਤ ਕਰੀਏ। ਪਰ ਇਹਨਾਂ ਨੇ ਤੇ ਬਾਦਸ਼ਾਹ ਦੀਆਂ ਪੇਸ਼ਕਸ਼ਾਂ ਠੁਕਰਾਤੀਆਂ, ਕਹਿੰਦੇ ਤੇਰੇ ਮੱਥੇ ਲੱਗਣਾ ਹੀ ਨਹੀਂ ਅਸੀਂ। ਇਹੋ ਜਿਹੇ ਬੇਪਰਵਾਹ ਸਤਿਗੁਰੂ। ਹਾਂਜੀ। ਧਨ ਪੂਜਾ ਕੀ ਚਾਹ ਨ ਕੋਈ। ਔਰ ਪੂਜਾ ਦੀ ਤੇ ਪੈਸੇ ਦੀ ਵੀ ਚਾਹਨਾ ਕੋਈ ਨਹੀਂ ਸੀ। ਕਹਿੰਦੇ ਬਾਬੇ ਰਾਮ ਰਾਏ ਨੂੰ ਹੀ ਦੇਈ ਜੋ ਮਾਇਆ, ਸਾਨੂੰ ਨਹੀਂ ਚਾਹੀਦੀ, ਅਸੀਂ ਮਾਇਆ ਕੀ ਕਰਨੀ ਹੈ। ਹਾਂਜੀ। ਸਦਾ ਸਹਾਇਕ ਦਾਸ ਨ ਹੋਈ। ਸਦਾ ਆਪਣੇ ਸੇਵਕਾਂ ਦੇ ਸਹਾਈ, ਹਰ ਜਗ੍ਹਾ ਤੇ ਸਹਾਈ। 8ਵੇਂ ਪਾਤਸ਼ਾਹ ਜੀ। ਇਤਿਆਦਿਕ ਗੁਣ ਵਰਣਨ ਕਰੈ। ਏਦਾਂ ਰਾਜਾ ਜੈ ਸਿੰਘ ਅਤੇ ਦਿੱਲੀ ਦੇ ਹਜ਼ਾਰਾਂ ਲੋਕ ਗੁਰੂ ਮਹਾਰਾਜ ਦੇ ਗੁਣਾਂ ਦਾ ਗਾਇਨ ਕਰਦੇ ਹਨ। ਸ਼ੀਲ ਸਰੂਪ ਮ੍ਰਿਦੁਲ ਸ਼ਬਦ ਧਰੈ। ਸੀਲ ਸੁਭਾਅ, ਸੋਹਣਾ ਸੁਭਾਅ, ਮਹਾਰਾਜ ਦਾ ਸੁੰਦਰ ਸਰੂਪ ਯਾਦ ਕਰ ਕਰਕੇ ਸਿੱਖ ਵੈਰਾਗ ਕਰਦੇ ਹਨ। ਪਈ ਪੌਰ ਆਗੇ ਬਹੁ ਪੀਰ। ਬਾਲਾ ਸਾਹਿਬ ਅਸਥਾਨ ਤੇ ਬਹੁਤ ਭੀੜ ਇਕੱਠੀ ਹੋ ਗਈ ਤਜਹ ਬਿਲੋਚਨ ਤੇ ਸਿਖ ਨੀਰ। ਤੇ ਸਿੱਖਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗੀ ਜਾਂਦੇ ਆ। ਅੰਤਰ ਦਾਸੀ ਦਾਸ ਕਨੇਰੇ। ਅੰਦਰ ਦਾਸੀਆਂ ਦਾਸ ਉਹ ਵੀ ਰੋਂਦੇ ਹਨ। ਰੋਦਤ ਉਪਜੋ ਸ਼ੋਕ ਬਡੇਰੇ। ਸਾਰੇ ਬੈਰਾਗ ਕਰ ਰਹੇ ਨੇ, ਸਾਰੇ ਪਾਸੇ ਸ਼ੋਕ ਦਾ ਨਾਚ ਹੋ ਰਿਹਾ ਹੈ। ਸਤਕੇ ਸਿਮਰ ਸਿਮਰ ਗੁਣ ਭਾਰੀ। ਮਾਤਾ ਕਿਸ਼ਨ ਕੌਰ ਆਪਣੇ ਪਿਆਰੇ ਪੁੱਤਰ ਦੇ ਗੁਣਾਂ ਨੂੰ ਚੇਤੇ ਕਰ ਕਰਕੇ ਦੁਖੀ ਹੋਤ ਅਤਸ਼ੈ ਮਹਤਾਰੀ। ਬਹੁਤ ਦੁਖੀ ਹੁੰਦੀ ਹੈ। ਫਿਰ ਹੌਸਲਾ ਕਰਦੀ ਵੀ ਉਹਨਾਂ ਨੇ ਕਿਹਾ ਸੀ ਵੀ ਤੂੰ ਵੀ ਛੇਤੀ ਆ ਜਾਏਂਗੀ ਸੱਚਖੰਡ ਵਿੱਚ। ਇੰਨਾ ਹੌਸਲਾ ਕਰਕੇ ਫਿਰ ਮਨ ਨੂੰ ਟਿਕਾਉਂਦੀ ਹੈ। ਪਰ ਮਨ ਟਿਕਣਾ ਕੋਈ ਸੌਖੀ ਗੱਲ ਨਹੀਂ। ਪੁੱਤਰ ਦੀ ਤੇ ਸਾਧ ਸੰਗਤ ਜੀ, ਮਾੜਾ ਜਿਹਾ ਬੁਖਾਰ ਆ ਜਾਏ ਬੱਚੇ ਨੂੰ ਤੇ ਮਾਂ ਨੂੰ ਰੋਟੀ ਨਹੀਂ ਚੰਗੀ ਲੱਗਦੀ। ਪਰ ਜਿਸ ਦਾ ਇੱਕੋ ਇੱਕ ਪੁੱਤਰ ਉਹ ਸਰੀਰ ਛੱਡ ਗਿਆ ਹੋਵੇ ਤੇ ਫਿਰ ਮਾਂ ਨੂੰ ਧੀਰਜ ਨਹੀਂ ਆਉਂਦਾ। ਤਿਆਰੀ ਕਰਨ ਲੱਗੇ ਸੰਸਕਾਰਨ। ਫਿਰ ਸੰਸਕਾਰ ਦੀਆਂ ਤਿਆਰੀਆਂ ਕਰਨ ਲੱਗੇ ਨੇ ਸਿੱਖ। ਨਿਕਟ ਸਥਲ ਸ਼ਬ ਕਰਿਓ ਨਿਹਾਰਨ। ਉੱਥੇ ਹੀ ਬਾਲਾ ਸਾਹਿਬ ਇੱਕ ਸਾਫ ਸੁਥਰੀ ਜਗ੍ਹਾ ਕੀਤੀ ਹੈ। ਸਕਲ ਸਮਗਰੀ ਲੈ ਪਹੁੰਚਾਈ। ਉੱਥੇ ਸਮਗਰੀ ਸਾਰੀ ਸੰਸਕਾਰ ਦੀ ਪਹੁੰਚਾ ਦਿੱਤੀ ਹੈ। ਸ਼ਾਹ ਪ੍ਰਤੀਖਤ ਜੈਪੁਰ ਰਾਈ। ਰਾਜਾ ਜੈ ਸਿੰਘ ਉਡੀਕ ਰਿਹਾ ਵੀ ਬਾਦਸ਼ਾਹ ਨੇ ਕਿਹਾ ਸੀ ਵੀ ਆਵਾਂਗਾ। ਜੇ ਬਾਦਸ਼ਾਹ ਆਵੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰ ਲਵੇ। ਇਤਨੇ ਮਹਿ ਇੱਕ ਨਰ ਤਹ ਆਇਓ। ਇੰਨੇ ਨੂੰ ਇੱਕ ਬੰਦਾ ਉੱਥੇ ਆ ਗਿਆ। ਨਿਰਪਸੋ ਸਕਲ ਬ੍ਰਿਤਾਂਤ ਸੁਨਾਇਓ। ਤੇ ਉਸ ਨੇ ਰਾਜੇ ਜੈ ਸਿੰਘ ਨੂੰ ਇਹ ਗੱਲ ਦੱਸੀ ਹੌਲੇ ਜੀ ਆਵਤ ਸ਼ਾਹ ਦੇਰ ਨਹਿ ਕੋਈ। ਕਿ ਰਾਜਾ ਜੀ ਬਾਦਸ਼ਾਹ ਸਲਾਮਤ ਹਜ਼ਰਤ ਜਾਂਪਨਾਹ ਸ਼ਹਿਨਸ਼ਾਹ ਔਰੰਗਜ਼ੇਬ ਆਲਮਗੀਰ ਥੋੜੀਆਂ ਘੜੀਆਂ ਵਿੱਚ ਇੱਥੇ ਪਹੁੰਚ ਰਹੇ ਹਨ। ਅਸਵਾਰੀ ਟਿਗ ਪਹੁੰਚਨ ਹੋਈ। ਉਹਨਾਂ ਦੀ ਸਵਾਰੀ ਪਾਲਕੀ 'ਚ ਬੈਠੇ ਨੇੜੇ ਆ ਗਏ ਨੇ। ਸੋ ਬਾਦਸ਼ਾਹ ਆਇਆ ਤੇ ਗੁਰੂ ਸਾਹਿਬ ਜੀ ਮਹਾਰਾਜ ਦੇ ਸਿੱਖ ਜਿਹੜੇ ਸੀ ਉਹ ਕਹਿੰਦੇ ਵੀ ਹੁਣ ਅਸੀਂ ਤਾਂ ਬਾਦਸ਼ਾਹ ਨੂੰ ਰੋਕ ਨਹੀਂ ਸਕਦੇ। ਵੀ ਮਹਾਰਾਜ ਹੁੰਦੇ ਆਪਣੀ ਮਰਜ਼ੀ ਦਾ ਕਹਿ ਦਿੰਦੇ ਵੀ ਅਸੀਂ ਤੇ ਤੈਨੂੰ ਮੱਥੇ ਲਾਣਾ ਜਾ। ਤੇ ਹੁਣ ਗੁਰੂ ਸਾਹਿਬ ਵਾਲੀ ਜੁਰਤ ਤੇ ਸਾਡੇ 'ਚ ਹੈ ਨਹੀਂ। ਸਿੱਖ ਵਿਚਾਰੇ ਬੇਵੱਸ ਖੜੇ। ਪਰ ਜਦੋਂ ਬਾਦਸ਼ਾਹ ਮਹਿਲਾਂ 'ਚ ਵੜਿਆ ਗੁਰੂ ਸਾਹਿਬ ਦੇ, ਉਹਨੇ ਜਦੋਂ ਮਹਾਰਾਜ ਦੇ ਉੱਤੋਂ ਕੱਪੜਾ ਚੱਕਿਆ ਨਾ ਚਿਹਰਾ ਦੇਖਣ ਲਈ, ਤਾਂ ਉਸ ਵੇਲੇ ਸਤਿਗੁਰੂ ਜੀ ਸਰੂਪ ਅਲੋਪ ਕਰ ਲਿਆ। ਦੇਹ ਦੇ ਦਰਸ਼ਨ ਨਹੀਂ ਹੋਏ। ਬਾਦਸ਼ਾਹ ਨੂੰ ਇੰਜ ਲੱਗਾ ਵੀ ਕੋਈ ਦਰਿਆ ਸੁੱਕਾ ਹੈ ਤੇ ਮੈਂ ਉਹਦੇ ਵਿੱਚੋਂ ਲੰਘ ਰਿਹਾ ਤੇ ਅਚਾਨਕ ਉਹਦੇ 'ਚ ਹੜ੍ਹ ਆ ਗਿਆ ਤੇ ਮੈਂ ਡੁੱਬ ਜਾਵਾਂਗਾ। ਉਹ ਡਰ ਕੇ ਉੱਥੋਂ ਭੱਜਿਆ ਤੇ ਉਹਨੂੰ ਗੁਰੂ ਸਾਹਿਬ ਨੇ ਸਰੀਰ ਦੇ ਵੀ ਦਰਸ਼ਨ ਨਹੀਂ ਕਰਾਏ। ਆਪਣੇ ਜੋਤੀ ਜੋਤ ਸਮਾਨ ਤੋਂ ਬਾਅਦ ਵੀ ਔਰੰਗੇ ਨੂੰ ਦਰਸ਼ਨ ਨਹੀਂ ਦਿੱਤੇ। ਐਦਾਂ ਦੇ ਸਮਰੱਥ ਸਤਿਗੁਰਾਂ ਦੇ ਇਹ ਸੱਚਖੰਡ ਗਮਨ ਦੀ ਕਥਾ ਸੰਗਤਾਂ ਨਾਲ ਸਾਂਝੀ ਕੀਤੀ ਹੈ। ਫਤਿਹ ਇੰਨੀ ਬੇਨਤੀ ਪ੍ਰਵਾਨ ਕਰਨੀ ਹੈ। ਗੋਬਿੰਦ ਹੈ।